ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਸੀ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਸਾਂਝੀ ਸੱਥ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਜੋ ਇਸ ਟਾਈਮ ਦੁਨੀਆ ਭਰ ਦੇ ਵਿੱਚ ਜੰਗ ਦੇ ਹਾਲਾਤ ਕਈ ਖਿੱਤਿਆਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਤਾਂ ਚਰਚਾ ਹੋ ਰਹੀ ਹੈ ਇਹਨਾਂ ਹਾਲਾਤਾਂ ਨੂੰ ਲੈ ਕੇ, ਪਰ ਕਈ ਖਿੱਤੇ ਅਜਿਹੇ ਨੇ ਖਾਸ ਕਰਕੇ ਮਿਡਲ ਈਸਟ, ਈਰਾਨ, ਇਜ਼ਰਾਈਲ ਤੇ ਯੂਐਸ। ਇਹ 3-4 ਦੇਸ਼ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਬਹੁਤ ਜ਼ਿਆਦਾ ਚਰਚਾ ਹੋ ਰਹੀ ਆ। ਇਹ ਸਾਰੇ ਕੀ ਕੁਛ ਕਰ ਰਹੇ ਨੇ, ਕੀ ਕੁਛ ਹੋ ਰਿਹਾ ਤੇ ਦੁਨੀਆ ਦੀ ਇਕੋਨਮੀ ਦੇ ਉੱਤੇ ਇਸ ਦਾ ਅਸਰ ਕੀ ਪੈ ਸਕਦਾ, ਦੁਨੀਆ ਭਰ ਦੇ ਏਅਰ ਟਰੈਵਲ ਉੱਤੇ ਇਸ ਦਾ ਅਸਰ ਕੀ ਪੈ ਸਕਦਾ। ਤੇ ਜੇਕਰ ਇਕੋਨਮੀ ਤੇ ਅਸਰ ਪਊਗਾ ਤਾਂ ਜ਼ਾਹਰ ਜੀ ਗੱਲ ਹੈ ਕਿ ਸਾਡੀਆਂ ਜੇਬਾਂ ਦੇ ਉੱਤੇ, ਸਾਡੇ ਮਨਾਂ ਦੇ ਉੱਤੇ ਤੇ ਦੇਸ਼ ਦੇ ਨਾਲ ਜਿਸ ਦੇਸ਼ ਦੇ ਵਿੱਚ ਅਸੀਂ ਬੈਠੇ ਹਾਂ, ਇਹਦੀ ਜਿਹੜੀ ਪੋਲਿਟਿਕਸ ਆ ਉਹ ਵੀ ਇਹਦੇ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕੂਗੀ। ਇਹਨਾਂ ਸਾਰੇ ਹੀ ਪੱਖਾਂ ਨੂੰ ਜਾਣਨ ਦੇ ਲਈ ਗੱਲਬਾਤ ਕਰਾਂਗੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ। ਤੁਸੀਂ ਵੀ ਜੁੜ ਕੇ ਆਪਣੀ ਟਿੱਪਣੀ ਕਰ ਸਕਦੇ ਹੋ, ਆਪਣੀ ਰਾਏ ਦੇ ਸਕਦੇ ਹੋ 408 272 5200 ਦੇ ਉੱਤੇ। ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਡੇ ਸਾਰੇ ਹੀ ਸਰੋਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪੰਜਾਬੀ TV ਦੇ ਜ਼ਰੀਏ ਜੁੜੇ ਹੋਏ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ। ਸਤਿ ਸ਼੍ਰੀ ਅਕਾਲ ਆ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਸਾਂਝੀ ਸੱਤ ਦੇ ਵਿੱਚ ਯੂਜਲੀ ਅੱਜ ਤਾਂ ਟੈਕਨੋਲੋਜੀ ਦਾ ਸ਼ੋਅ ਹੁੰਦਾ ਹੈ, ਪੰਜਾਬੀ ਟੈਕ ਟਾਕ ਹੁੰਦਾ ਆ, ਪਰ ਅੱਜ ਟੈਕ ਤੋਂ ਉੱਤੇ ਚੱਲ ਗਈ ਆ ਗੱਲ ਵੀ ਵਰਤਿਆ ਤੇ ਚਲੋ ਟੈਕਨੋਲੋਜੀ ਹੋਈ ਆ ਹਮਲਿਆਂ ਦੇ ਲਈ, ਰੋਕਣ ਦੇ ਲਈ ਤੇ ਉਹ ਸਾਰਾ ਕੁਛ। ਤੇ ਹਰ ਇੱਕ ਦੀ ਰੁਚੀ ਹੈ ਇਸ ਟਾਈਮ ਪ੍ਰਵੀਨ ਜਾਨੀ ਹੈ ਵੀ ਕੀ ਚੱਲ ਰਿਹਾ ਆ। ਜਿਹੜਾ ਕੌਨਫਲਿਕਟ ਈਰਾਨ ਇਜ਼ਰਾਈਲ ਦਾ ਸ਼ੁਰੂ ਹੋਇਆ ਸੀ ਉਹ ਕਿਤੇ ਨਾ ਕਿਤੇ ਈਰਾਨ US ਕੌਨਫਲਿਕਟ ਵਾਲੇ ਪਾਸੇ ਨੂੰ ਵੱਧ ਰਿਹਾ ਸੀ। US ਇਸ ਲੜਾਈ ਦੇ ਵਿੱਚ ਡਰੈਗ ਜਿਹੜਾ ਉਹ ਹੋ ਰਿਹਾ ਸੀਗਾ। ਪਰ ਲੇਟੈਸਟ ਜਿਹੜੀ ਜਾਣਕਾਰੀ ਹੈ ਉਹ ਆਪਾਂ ਆਪਣੇ ਦਰਸ਼ਕਾਂ ਦੇ ਨਾਲ ਸਾਂਝ ਪਾਉਂਦੇ ਹਾਂ। ਹਾਂਜੀ, ਤੁਸੀਂ ਕਹੋ। ਹਾਂਜੀ, ਮੈਂ ਮਾਫ ਕਰਨਾ, ਮੈਂ ਤੁਹਾਡੀ ਗੱਲ ਰੋਕਤੀ ਵਿਚਾਲੇ। ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਸੀਗਾ ਵੀ ਹਰੇਕ ਬੰਦਾ ਜਿਹੜਾ ਆਮ ਇਨਸਾਨ ਆ, ਜਿਹੜਾ ਕੌਮਾਂਤਰੀ ਮਾਮਲਿਆਂ ਦੇ ਨਾਲ ਤਾਂ ਵਾਲਾ ਕੋਈ ਵਾਹ ਵਾਸਤਾ ਨਹੀਂ, ਪਰ ਖਬਰਾਂ ਜ਼ਰੂਰ ਉਹ ਸੁਣਦਾ ਜਾਂ ਇਸ ਤਰੀਕੇ ਨਾਲ ਖਬਰਾਂ ਨਾਲ ਵਾਹ ਵਾਸਤਾ ਹੈ, ਉਹ ਸੋਚਦਾ ਹੋਊਗਾ ਵੀ ਇਜ਼ਰਾਈਲ ਦਾ ਕਿੰਨੀ ਕੁ ਥਾਈਂ ਰੇੜਕਾ ਚੱਲੀ ਜਾਂਦਾ। ਕਿਉਂਕਿ ਪਹਿਲਾਂ ਇਜ਼ਰਾਈਲ ਤੇ ਹਮਾਸ ਦੀਆਂ ਖਬਰਾਂ ਆਉਂਦੀਆਂ ਰਹੀਆਂ, ਇਜ਼ਰਾਈਲ ਤੇ ਗਾਜ਼ਾ ਫਿਲਸਤੀਨ ਦੀਆਂ ਖਬਰਾਂ ਆਉਂਦੀਆਂ ਰਹੀਆਂ, ਇਜ਼ਰਾਈਲ ਤੇ ਲੈਬਨਾਨ ਦੀਆਂ ਖਬਰਾਂ ਆਪਾਂ ਦੇਖੀਆਂ, ਇਜ਼ਰਾਈਲ ਤੇ ਹਿਜ਼ਬੁੱਲਾ ਦੀਆਂ ਆਪਾਂ ਖਬਰਾਂ ਦੇਖੀਆਂ, ਲੋਕਾਂ ਨੇ ਸਾਂਝੀਆਂ ਕੀਤੀਆਂ, ਉਹ ਜਿਹੜਾ ਰੇੜਕਾ ਚੱਲਦਾ ਸੀਗਾ। ਤੇ ਇਸ ਦੇ ਨਾਲ ਥੋੜ੍ਹੀ ਬਹੁਤ ਚਰਚਾ ਕਤਰ ਦੀ ਹੁੰਦੀ ਸੀ, ਈਰਾਨ ਦੀ ਹੁੰਦੀ ਸੀ ਵੀ ਉਹ ਬੈਕ ਕਰਦੇ ਨੇ ਦੂਜੇ ਜਿਹੜੇ ਹਿਜ਼ਬੁੱਲਾ ਵਾਲੇ ਨੇ ਜਾਂ ਹੋਰਾਂ ਲੋਕਾਂ ਨੂੰ। ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਈਰਾਨ ਤੇ ਇਜ਼ਰਾਈਲ ਦਾ ਆਪਸ ਵਿੱਚ ਦੀ ਰੇੜਕਾ ਚੱਲ ਪਿਆ। ਇੱਥੇ ਜਿਹੜੇ ਸਟੂਡੈਂਟ ਪ੍ਰੋਟੈਸਟ ਹੋਏ ਜਾਂ ਜਿੰਨੇ ਵੀ ਹੋਰ ਲੋਕ, ਇੱਥੋਂ ਤੱਕ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਵੀ ਲੋਕ ਕਹਿੰਦੇ ਨੇ ਵੀ ਇਜ਼ਰਾਈਲ ਤੋਂ ਹੀ ਸਾਰੇ ਦਿਸ਼ਾ ਨਿਰਦੇਸ਼ ਨੇ। ਸੋ ਇਜ਼ਰਾਈਲ ਜਿਹੜਾ ਉਹ ਕੇਂਦਰ ਬਿੰਦੂ ਜ਼ਰੂਰ ਹੈ ਇਹਨਾਂ ਸਾਰੀਆਂ ਚਰਚਾਵਾਂ ਦੇ ਵਿੱਚ। ਇਹਦੇ ਵਿੱਚ ਕੋਈ ਦੋ ਲਾਵਾ ਨਹੀਂ। ਜਦੋਂ ਇੱਕ ਮੁਲਕ ਬਣਿਆ ਆ, ਖਾਸ ਕਰਕੇ ਉਹਨਾਂ ਨੂੰ ਉਹ ਥਾਂ ਜਿਹੜੀ ਦਿੱਤੀ ਗਈ ਹੋਵੇ ਜਿਹਦੇ ਉੱਤੇ ਲੋਕ ਇਹ ਕਹਿੰਦੇ ਵੀ ਇਹ ਥਾਂ ਧੱਕੇ ਨਾਲ ਉਹਨਾਂ ਨੂੰ ਦਿੱਤੀ ਗਈ ਆ, ਤੇ ਜੇ ਉਹਨਾਂ ਨੂੰ ਉੱਥੇ ਬਿਠਾਇਆ ਗਿਆ ਤੇ ਹੁਣ ਉਹਨਾਂ ਦੀ ਸੁਰੱਖਿਆ ਦਾ ਵੀ ਜ਼ਿੰਮੇਵਾਰੀ ਜਿਹੜੀ ਉਹ ਚੱਕਣੀ ਪੈਂਦੀ ਆ। ਮਿਡਲ ਈਸਟ ਦੇ ਉੱਤੇ ਵੈਸਟਰਨ ਪਾਵਰਸ ਦੀ ਸ਼ੁਰੂ ਤੋਂ ਹੀ ਨਜ਼ਰ ਜਿਹੜੀ ਉਹ ਰਹੀ ਆ। ਤੇਲ ਦੇ ਭੰਡਾਰ ਨੇ, ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਉੱਥੇ ਉਹ ਹੈਗੀਆਂ, ਉਹ ਇੱਕ ਡਿਫਰੈਂਟ ਹਿਸਟਰੀ ਲੈਸਨ ਆ। ਪਰ ਉਹਦੇ ਵਿੱਚ ਵੀ ਆਪਾਂ ਜਾਵਾਂਗੇ ਕਿਉਂਕਿ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਜਿਹੜੀਆਂ ਉਹ ਨਾਲ ਦੇ ਨਾਲ ਦੇਖਣੀਆਂ ਪੈਣੀਆਂ। ਪਰ ਜਿਹੜੀ ਲੇਟੈਸਟ ਜਿਹੜੀ ਜਾਣਕਾਰੀ ਆ ਉਹ ਪਹਿਲੋਂ ਆਪਣੇ ਜਿਹੜੇ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝ ਪਾਈਏ। ਜਦ ਸਵੇਰੇ ਆਪਾਂ ਖਬਰਾਂ ਕਰ ਰਹੇ ਸੀ ਪ੍ਰਵੀਨ, ਤਾਂ ਉਦੋਂ ਈਰਾਨ ਨੇ ਮਿਜ਼ਾਈਲਾਂ ਛੱਡਤੀਆਂ ਸੀ US ਦੇ 에ਅਰਬੇਸ ਦੇ ਉੱਤੇ, ਜਿਹੜਾ ਕਤਰ ਦੇ ਵਿੱਚ ਦੋਹਾ ਚ ਆ, ਅਲ ਜਦੀਦ ਕਰਕੇ ਜਿਸ ਦਾ ਨਾਮ ਹੈਗਾ ਆ, ਤੇ ਉਦੀਤ ਸੌਰੀ। ਤੇ ਉਸ ਦੇ ਉੱਤੇ ਜਿਹੜਾ ਉਹਨਾਂ ਨੇ ਮਿਜ਼ਾਈਲਾਂ ਛੱਡੀਆਂ ਸੀਗੀਆਂ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਹੜਕੰਪ ਮਚਿਆ ਸੀਗਾ। ਇਹ ਚਰਚਾ ਕਿੱਦਾਂ ਰਿਟੈਲੀਏਟ ਜਿਹੜਾ ਉਹ ਕਰ ਸਕਦਾ ਆ। ਖੁਸ਼ਕਿਸਮਤੀ ਦੇ ਨਾਲ ਕੋਈ ਨੁਕਸਾਨ ਨਾ 에ਅਰਬੇਸ ਨੂੰ ਪਹੁੰਚਿਆ, ਨਾ ਉੱਥੇ 에ਅਰਬੇਸ ਦੇ ਉੱਤੇ ਜਿਹੜੇ ਫੌਜੀ ਰਹਿੰਦੇ ਆ ਉਹਨਾਂ ਨੂੰ ਪਹੁੰਚਿਆ। ਕਤਰ ਨੇ ਆਪਣੀ 에ਅਰ ਸਪੇਸ ਪਹਿਲਾਂ ਹੀ ਬੰਦ ਕਰਤੀ ਸੀ, ਸੋ ਉਹਨਾਂ ਨੂੰ ਅਗਾਊਂ ਜਾਣਕਾਰੀ ਸੀਗੀ ਹਮਲਾ ਹੋਣ ਜਾ ਰਿਹਾ ਆ। ਜੇ ਉਹਨਾਂ ਨੂੰ ਜਾਣਕਾਰੀ ਸੀ ਤੇ ਇਹਦਾ ਮਤਲਬ ਅਮਰੀਕਾ ਨੂੰ ਵੀ ਜਾਣਕਾਰੀ ਸੀ। ਸੋ ਉਹ ਉੱਥੋਂ ਜਿਹੜੇ ਕਹਿ ਲਓ ਵੀ ਨਿਕਲ ਗਏ ਹੋਣਗੇ, ਜਾਂ ਉਹਨਾਂ ਨੂੰ ਪਤਾ ਹੋਊਗਾ ਵੀ ਇਹ ਕੀ ਜਿਹੜਾ ਉਹ ਵਾਪਰਨ ਡਿਆ। ਹੁਣ ਤੋਂ ਕੁਛ ਮਿੰਟ ਪਹਿਲਾਂ, ਅੱਧਾ ਘੰਟਾ ਪਹਿਲਾਂ ਕਹਿ ਸਕਦੇ ਹਾਂ ਵੀ ਰਾਸ਼ਟਰਪਤੀ ਟਰੰਪ ਦਾ ਇਸ ਉੱਤੇ ਪ੍ਰਤੀਕਰਮ ਆ ਚੁੱਕਾ ਆ। ਠੀਕ ਆ, 2 ਟਵੀਟ ਜਿਹੜੇ ਉਹਨਾਂ ਦੇ ਉਹ ਆਉਂਦੇ ਨੇ, ਉਹ ਆਪਾਂ ਆਪਣੇ ਦਰਸ਼ਕਾਂ ਦੇ ਨਾਲ, ਸਰੋਤਿਆਂ ਦੇ ਨਾਲ ਜਿਹੜੀ ਆ ਉਹ ਸਾਂਝ ਪਾਉਂਦੇ ਆ। ਰਾਸ਼ਟਰਪਤੀ ਟਰੰਪ ਨੇ ਇਸ ਦੇ ਵਿੱਚ ਜਿਹੜਾ ਉਹ ਆਖਿਆ ਵੀ ਹੁਣ ਜਿਹੜਾ ਆ ਇਸ ਦੇ ਵਿੱਚ ਵੀ ਸ਼ਾਂਤੀ ਦਾ ਵਕਤ ਆ ਗਿਆ। ਇਟਸ ਟਾਈਮ ਫॉर ਪੀਸ। ਕੰਗ੍ਰੈਚੁਲੇਸ਼ਨਸ ਵਰਲਡ, ਵਧਾਈਆਂ ਹੋਵੇ ਦੁਨੀਆ ਨੂੰ ਵੀ ਹੁਣ ਸ਼ਾਂਤੀ ਦਾ ਵਕਤ ਜਿਹੜਾ ਉਹ ਆ ਚੁੱਕਾ ਆ।
ਸੋ ਸਾਰੇ ਜਾਣੇ ਇਸ ਗੱਲੋਂ ਹੈਰਾਨ ਸੀਗੇ ਵੀ ਇਹ ਕਿੱਦਾਂ ਦੀ ਸ਼ਾਂਤੀ ਹੋਈ ਵੀ ਉਧਰੋਂ ਮਿਜ਼ਾਈਲਾਂ ਡਿੱਗ ਰਹੀਆਂ ਅਮਰੀਕਾ ਦੇ ਬੇਸ ਦੇ ਬੰਬਾਰਮੈਂਟ ਹੋ ਉੱਤੇ, ਰਹੀ ਹੈ। ਉਹ ਕਹਿੰਦੇ ਤੇ ਇਹ ਕਹਿ ਰਹੇ ਆ ਵੀ ਇੱਥੇ ਸ਼ਾਂਤੀ ਦਾ ਵਕਤ ਆ ਗਿਆ ਆ। ਸੋ ਜਿੱਦਾਂ ਆਪਾਂ ਪਹਿਲਾਂ ਵੀ ਪ੍ਰਵੀਨ ਐਨਾਲਿਸਿਸ ਕਰ ਰਹੇ ਸੀ, ਜਦੋਂ ਆਪਾਂ ਦੇਖ ਰਹੇ ਹਾਂਜੀ। ਸੀ, ਗੱਲਬਾਤ ਕਰ ਰਹੇ ਸੀ, ਮੈਂ ਉਦੋਂ ਵੀ ਇਹ ਸ਼ੰਕਾ ਜਿਹੜੀ ਜ਼ਾਹਰ ਕੀਤੀ ਸੀ ਵੀ ਇਹ ਆਫ ਰੈਂਪ ਆ, ਹਾਂਜੀ ਇਹ ਐਗਜ਼ਿਟ ਰੈਂਪ ਜਿਹੜਾ ਉਹ ਲਿਆ ਗਿਆ ਆ ਉਹਨਾਂ ਮੁਲਕਾਂ ਦੇ ਦੁਆਰਾ ਜਿਹੜਾ ਕੌਨਫਲਿਕਟ ਨੂੰ ਹੋਰ ਅੱਗੇ ਨਹੀਂ ਵਧਾਉਣਾ ਚਾਹੁੰਦੇ। ਹਰ ਇੱਕ ਨੂੰ ਆਪੋ ਆਪਣੀ ਮਿਲਟਰੀ ਦਾ ਪਤਾ ਹੁੰਦਾ ਹੈ, ਹਰ ਇੱਕ ਨੂੰ ਆਪੋ ਆਪਣੀ ਕੈਪੇਬਿਲਿਟੀ ਦਾ ਪਤਾ ਹੁੰਦਾ ਆ, ਕੀ ਕੁਛ ਜਿਹੜਾ ਆ ਉੱਥੇ ਚੱਲ ਰਿਹਾ ਆ। ਇਜ਼ਰਾਈਲ ਦੇ ਨੇਤਨਿਆਹੂ ਦੇ ਸਿਸਟਮ ਦੇ ਵਿੱਚ ਫਸਿਆ ਸੀ ਵੀ ਈਰਾਨ ਦੇ ਉੱਤੇ ਹਮਲਾ ਹੋਣਾ ਚਾਹੀਦਾ, ਉਹਨੇ ਆਪਣੇ ਸਿਸਟਮ 'ਚ ਉਹ ਹਮਲਾ ਕੀਤਾ। ਅਮਰੀਕਾ ਨੂੰ ਕਿਹਾ ਵੀ ਭਾਈ ਇਹ ਤਾਂ ਜੀ ਇਹਨਾਂ ਨੇ ਹੁਣ ਨਿਊਕਲੀਅਰ ਮਿਜ਼ਾਈਲ ਤਾਂ ਨਿਊਕਲੀਅਰ ਬੰਬ ਤਾਂ ਬਣਾ ਹੀ ਲਿਆ, ਲਓ ਤੇ ਤੁਸੀਂ ਜਲਦੀ ਭਾਈ ਇਹਨਾਂ ਦੇ ਜਿਹੜੇ ਫੈਸਿਲਿਟੀਜ਼ ਆ, ਨਿਊਕਲੀਅਰ ਫੈਸਿਲਿਟੀਜ਼ ਆ, ਇਹ ਤੇ ਬੰਬ ਸਿੱਟੋ। ਟਰੰਪ ਹੁਣਾਂ ਨੇ ਉਹਨਾਂ ਦੀ ਸੁਣ ਲਈ ਤੇ ਜਿਹੜੇ 7 B-2 ਬੰਬਰ ਆ ਉਹ ਘੱਲ ਕੇ 14 ਬੰਬ ਜਿਹੜੇ ਆ ਬੰਕਰ ਬਸਟਰ ਬੰਬਸ ਆ ਉਹ ਤੇ ਸੁੱਟੇ। 3 ਜਿਹੜੀਆਂ ਫੈਸਿਲਿਟੀਜ਼ ਆ ਉਹ ਪੂਰੀ ਤਰ੍ਹਾਂ ਨਸ਼ਟ ਕਰਨ ਦੀ ਜਿਹੜੀ ਉਹ ਗੱਲ ਰਾਸ਼ਟਰਪਤੀ ਟਰੰਪ ਨੇ ਬੀਤੇ ਵੀਕਐਂਡ ਦੇ ਉੱਤੇ ਜਿਹੜੀ ਉਹ ਕੀਤੀ। ਤੇ ਇਹ ਹਮੇਸ਼ਾ ਹੀ ਰਿਹਾ ਆ ਵੀ ਈਰਾਨ ਹਮੇਸ਼ਾ ਰਿਟੈਲੀਏਟ ਕਰਦਾ ਹੈ ਜੀ। ਉਹ ਜਿਹੜਾ ਉਹ ਜਦੋਂ ਉਹਨਾਂ ਉੱਤੇ ਕੁਛ ਵੀ ਹਮਲਾ ਹੁੰਦਾ ਜਾਂ ਕੁਛ ਵੀ ਕਰਦੇ ਆ ਤਾਂ ਉਹ ਹਮੇਸ਼ਾ ਹੀ ਇਸ ਦਾ ਜਿਹੜਾ ਰਿਐਕਸ਼ਨ ਦਿੰਦਾ ਆ, ਕਈ ਵਾਰੀ ਥੋੜੀ ਲੇਟ ਦਿੰਦਾ ਆ, ਕਈ ਵਾਰੀ ਥੋੜੀ ਜਲਦੀ ਦਿੰਦਾ ਆ। ਸੋ ਇਹਨਾਂ ਨੇ ਵੀ ਉਹੀ 1-2 ਦਿਨ ਦਾ ਜਿਹੜਾ ਵਿੱਚ ਵਕਤ ਪਾ ਕੇ, 1 ਦਿਨ ਦਾ ਕਹਿ ਸਕਦੇ ਹਾਂ ਵੀ ਵਿੱਚ ਵਕਤ ਪਾ ਕੇ ਤੇ ਅਮਰੀਕਾ ਦੇ ਮਿਲਟਰੀ ਬੇਸ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ। ਇਸ ਦੇ ਚੱਲਦਿਆਂ ਆਪਾਂ ਇਹ ਦੇਖਿਆ ਸੀਗਾ ਵੀ ਮਿਡਲ ਈਸਟ ਦੇ ਬਹੁਤ ਸਾਰੇ ਮੁਲਕਾਂ ਨੇ ਆਪਣੇ 에ਅਰ ਸਪੇਸਿਸ ਆ ਉਹ ਬੰਦ ਕਰ ਦਿੱਤੇ ਸੀ ਜਦੋਂ ਈਰਾਨ ਨੇ ਰਿਟੈਲੀਏਟ ਕੀਤਾ ਸੀਗਾ। ਸੋ ਉਹਨਾਂ ਨੇ ਉਹ ਹਮਲਾ ਕਰ ਲਿਆ, ਗੁੱਸਾ ਇਹਨਾਂ ਨੇ ਵੀ ਇਸ ਦੇ ਵਿੱਚ ਕੱਢ ਲਿਆ। ਟਰੰਪ ਹੁਣਾਂ ਦਾ ਜਿਹੜਾ ਟਵੀਟ ਆਇਆ ਆ ਉਹ ਇਹੀ ਸੀਗਾ ਵੀ ਕਹਿੰਦੇ ਵੀ ਜਦੋਂ ਅਸੀਂ 3 ਜਿਹੜੇ ਨਿਊਕਲੀਅਰ ਫੈਸਿਲਿਟੀਜ਼ ਈਰਾਨ ਦੀਆਂ ਨਸ਼ਟ ਕਰ ਦਿੱਤੀਆਂ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਰਿਸਪੌਂਸ ਆਉਣਾ ਸੀਗਾ, ਅਫੀਸ਼ੀਅਲ ਰਿਸਪੌਂਸ ਆਉਣਾ ਸੀ। ਕਹਿੰਦੇ ਉਹ ਸਾਨੂੰ ਪਤਾ ਸੀ ਉਹਨਾਂ ਨੇ ਕਰਨਾ ਆ, ਪਰ ਕਹਿੰਦੇ ਬੜਾ ਹੀ ਕਮਜ਼ੋਰ ਜਿਹਾ ਉਹਨਾਂ ਦਾ ਰਿਸਪੌਂਸ ਸੀ। 14 ਮਿਜ਼ਾਈਲਾਂ ਕਹਿੰਦੇ ਉਹਨਾਂ ਨੇ ਛੱਡੀਆਂ, ਜਿਨ੍ਹਾਂ ਦੇ ਵਿੱਚੋਂ 13 ਤਾਂ ਅਸੀਂ ਰਾਹ 'ਚ ਹੀ ਨਸ਼ਟ ਕਰਤੀਆਂ, ਹਵਾ 'ਚ ਹੀ ਜਿਹੜੀਆਂ ਉਹ ਨਸ਼ਟ ਕਰਤੀਆਂ। ਚੌਥੀ ਨੂੰ ਅਸੀਂ ਫ੍ਰੀ ਜਾਣ ਦਿੱਤਾ, ਸੈੱਟ ਫ੍ਰੀ ਕਰ ਦਿੱਤਾ, ਆਜ਼ਾਦ ਕਰ ਦਿੱਤਾ ਉਸ ਮਿਜ਼ਾਈਲ ਨੂੰ, ਕਿਉਂਕਿ ਉਹਨੇ ਕੋਈ ਨੁਕਸਾਨ ਨਹੀਂ ਸੀ ਪਹੁੰਚਾਉਣਾ। ਉਹ ਖਾਲੀ ਥਾਂ ਦੇ ਉੱਤੇ ਜਾ ਕੇ ਜਿਹੜੀ ਉਹ ਡਿੱਗਣੀ ਸੀ ਉਹ ਡਿੱਗਣ ਦਿੱਤੀ ਤੇ ਉਹਦੀ ਇਸ ਟਾਈਮ ਉਹ ਪਾਰਟਸ ਉਸਤੇ ਦੀਆਂ ਕਾਫੀ ਵੀਡੀਓਜ਼ ਤੇ ਫੋਟੋਜ਼ ਜਿਹੜੀਆਂ ਉਹ ਵਾਇਰਲ ਹੋ ਰਹੀਆਂ ਆ। ਤੇ ਕਹਿੰਦੇ ਵੀ ਉਹਨਾਂ ਦੇ ਮਨ ਦੇ ਵਿੱਚ, ਉਹਨਾਂ ਦੇ ਢਿੱਡ ਦੇ ਵਿੱਚੋਂ ਕਹਿੰਦੇ ਵੀ ਹੁਣ ਜਿਹੜੀ ਹੇਟ ਆ ਸਿਸਟਮ ਦੇ ਵਿੱਚ ਉਹ ਨਿਕਲ ਗਈ ਆ ਤੇ ਉਮੀਦ ਕਰਦੇ ਆ ਵੀ ਹੁਣ ਅੱਗੇ ਬਹੁਤੀ ਹੇਟ ਜਿਹੜੀ ਇਸ ਦੇ ਵਿੱਚ ਨਹੀਂ ਰੱਖਣਗੇ। ਤੇ ਕਹਿੰਦੇ ਹੁਣ ਵਕਤ ਆ ਉਹਨਾਂ ਨੂੰ ਪੀਸ ਤੇ ਹਾਰਮਨੀ ਦੇ ਨਾਲ ਇਸ ਇਲਾਕੇ 'ਚ ਲੈ ਕੇ ਆਉਣ ਦੇ ਲਈ। ਤੇ ਕਹਿੰਦੇ ਨਾਲ ਹੀ ਮੈਂ ਇਹ ਵੀ ਅਰਜ਼ ਕਰਦਾ ਇਜ਼ਰਾਈਲ ਨੂੰ ਵੀ ਭਾਈ ਤੁਸੀਂ ਵੀ ਪੀਸ ਐਂਡ ਹਾਰਮਨੀ ਵਾਲੇ ਪਾਸੇ ਨੂੰ ਵਧੋ। ਇਜ਼ਰਾਈਲ ਵੱਲੋਂ ਵੀ ਸ਼ਾਇਦ ਕੋਈ ਸਟੇਟਮੈਂਟ ਆਈ ਹੈ। ਇਜ਼ਰਾਈਲ ਦੀ ਸਟੇਟਮੈਂਟ ਆਪਾਂ ਜਿਹੜੀ ਸਵੇਰੇ ਸ਼ੇਅਰ ਕੀਤੀ ਸੀਗੀ ਉਹ ਇਹੀ ਸੀਗੀ, ਉਹ ਕਹਿੰਦੇ ਸੀਗੇ ਵੀ ਪਹਿਲਾਂ ਤਾਂ ਉਹਨਾਂ ਨੇ ਟਰੰਪ ਹੁਣਾਂ ਨੂੰ ਵਧਾਈ ਥੈਂਕ ਯੂ ਕੀਤਾ ਸੀਗਾ ਵੀ ਤੁਸੀਂ ਉਹ ਬੰਬ ਸਿੱਟੇ ਆ ਸਾਡੇ ਲਈ, ਤੇ ਉਸ ਤੋਂ ਬਾਅਦ ਅੱਜ ਉਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਤਹਿਰਾਨ ਦੇ ਉੱਤੇ ਹੁਣ ਤੱਕ ਦਾ ਸਭ ਤੋਂ ਵੱਡਾ ਐਕਸਟੈਂਸਿਵ ਮਿਲਟਰੀ ਐਕਸ਼ਨ ਲਿਆ ਆ ਉਹ ਹੁਣ ਸਮਾਪਤ ਹੁੰਦਾ ਆ। ਸੋ ਆਫ ਰੈਂਪ ਸਾਰਿਆਂ ਨੇ ਲੈ ਲਿਆ, ਸਾਰੇ ਜਾਣੇ ਗੱਡੀ ਤੇਜ਼ ਭਜਾ ਕੇ ਐਗਜ਼ਿਟ ਕੱਢ ਕੇ ਘਰੋਂ ਘਰੀ ਤੇਲ ਰੀਫਿਊਲ ਕਰਨਗੇ ਗੱਡੀਆਂ ਨੂੰ। ਆਪੋ ਆਪਣੀ ਮੈਜੋਰਟੀਜ਼ ਨੂੰ, ਆਪੋ ਆਪਣੇ ਲੋਕਾਂ ਨੂੰ ਖੁਸ਼ ਕਰਨ ਦਾ ਸਿਲਸਿਲਾ ਲੀਡਰਾਂ ਦੇ ਦੁਆਰਾ ਜਿਹੜਾ ਉਹ ਚੱਲ ਰਿਹਾ। ਪਰ ਇਸ ਸਾਰੀ ਚੀਜ਼ ਦੇ ਵਿੱਚ ਪ੍ਰਵੀਨ ਅੱਗੇ ਇਸ ਤੇ ਕੀ ਅਰਥ ਬਣਨੇ ਆ ਉਹਦਾ ਐਨਾਲਿਸਿਸ ਹੋਣਾ ਅਜੇ ਬਾਕੀ ਹੈ। ਬਿਲਕੁਲ ਉਹ ਅਜੇ ਸ਼ੁਰੂਆਤ ਆ, ਅੱਗੇ ਕੀ ਹੋਊਗਾ ਕੀ ਨਹੀਂ ਹੋਊਗਾ, ਕੀ ਵਾਕਿਆ ਹੀ ਈਰਾਨ ਦੀਆਂ ਮਿਜ਼ਾਈਲਾਂ ਤੇ ਟਰੰਪ ਦੇ ਟਵੀਟ ਤੋਂ ਬਾਅਦ ਹੁਣ ਉਸ ਇਲਾਕੇ 'ਚ ਸ਼ਾਂਤੀ ਪਸਰ ਜੂਗੀ। ਇਹ ਹੁਣ ਜਿਹੜੀ ਉਹ ਦੇਖਣ ਵਾਲੀ ਗੱਲ ਆ, ਵਿਚਾਰਨ ਵਾਲੀ ਜਿਹੜੀ ਉਹ ਗੱਲ ਜਿਹੜੀ ਉਹ ਰਹੇਗੀ। ਟਰੰਪ ਹੁਣਾਂ ਨੇ ਪਹਿਲਾਂ ਵੀ ਆਪਣੇ ਸਿਰ ਸਿਹਰਾ ਬੰਨਿਆ ਸੀਗਾ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜੋ ਝੜਪ ਹੋਈ ਸੀਗੀ ਉਸ ਨੂੰ ਜਿਹੜਾ ਉਹ ਰੁਕਾਉਣ ਦੇ ਲਈ ਵੀ ਆਪਾਂ ਉਹ ਕੀਤਾ। ਉਸ ਤੋਂ ਇਲਾਵਾ ਉਹਨਾਂ ਨੇ ਕਾਂਗੋ ਦੀ, ਸੋਮਾਲੀਆ ਦੀ, ਹੋਰ ਪਤਾ ਨਹੀਂ ਕਈ ਮੁਲਕਾਂ ਦੀ ਗੱਲ ਕੀਤੀ, ਕੋਸੋਵੋ ਦੀ ਵੀ ਉਹਨਾਂ ਨੇ ਗੱਲ ਕੀਤੀ ਵੀ ਉੱਥੇ ਵੀ ਜਿਹੜੀ ਮੈਂ ਸ਼ਾਂਤੀ ਕਰਾ ਚੁੱਕਾ ਵੀ ਮੈਨੂੰ ਨੋਬਲ ਪੀਸ ਇਨਾਮ ਜਿਹੜਾ ਉਹ ਮਿਲ ਜਾਣਾ ਜਿਹੜਾ ਉਹ ਚਾਹੀਦਾ ਆ। ਸੋ ਹੁਣ ਇਹ ਆ ਈਰਾਨ ਦਾ ਕੀ ਹੈ ਨਾ, ਤੁਸੀਂ ਇਹਨਾਂ ਦਾ ਪ੍ਰੀਵੀਅਸ ਰੈਕੋਰਡ ਜੇ ਦੇਖੋ ਈਰਾਨ ਕੀ ਕਰਦਾ, ਇੱਕ ਅੱਧਾ ਇਦਾਂ ਦਾ ਹਮਲਾ ਕਰਕੇ ਫਿਰ ਉਹ ਇੰਤਜ਼ਾਰ ਕਰਦਾ, ਫਿਰ ਉਹ ਦੇਖਦਾ ਵੀ ਕੀ ਸਾਡੀ ਰਿਟੈਲੀਏਸ਼ਨ ਹੁੰਦੀ ਆ ਨਹੀਂ ਹੁੰਦੀ ਆ, ਤੇ ਫਿਰ ਕੁਛ ਕੁ ਚਿਰ ਬਾਅਦ ਦੁਬਾਰਾ ਕਰ ਦਿੰਦਾ। ਠੀਕ ਹੈ। ਸੋ ਜੀ ਬਹੁਤ ਵਾਰੀ ਨਾ ਪ੍ਰਵੀਨ ਕਈ ਵਾਰੀ ਨਾ ਇਸ ਚੀਜ਼ ਨੂੰ ਸਾਰੀ ਨੂੰ ਸਮਝਣਾ ਬੜਾ ਔਖਾ ਲੱਗਦਾ
ਕਈ ਵਾਰੀ ਆਪਾਂ ਸਿਰਫ ਪ੍ਰੈਜ਼ੈਂਟ ਦੇ ਵਿੱਚ ਦੇਖ ਕੇ ਜਿਹੜਾ ਉਹ ਚੱਲ ਰਹੇ ਹੁੰਦੇ ਜੀ, ਜੀ, ਵੀ ਬਿਲਕੁਲ। ਨਹੀਂ ਜੀ ਆ ਤਾਂ ਹੁਣ ਇਜ਼ਰਾਈਲ ਦੇ ਕਹੇ ਇਰਾਨ ਦੇ ਉੱਤੇ ਧੱਕਾ ਕਰਤਾ, ਹੂੰ। ਪਰ ਇਰਾਨ ਕੋਈ ਦੁੱਧ ਧੋਤਾ ਨਹੀਂ। ਹਾਂਜੀ, ਹਾਂਜੀ, ਬਿਲਕੁਲ। ਉਹਦੇ ਆਪਣੇ ਜਿਹੜੇ ਮਸਲੇ ਨੇ ਹੂੰ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਇਹਦੇ ਵਿੱਚ ਬਿਲਕੁਲ ਸੱਚਾਈ ਆ ਵੀ ਉਹਨੇ ਅਮਰੀਕੀ ਫੌਜੀ ਵੀ ਬਹੁਤ ਮਾਰੇ। ਹੂੰ। ਏਅਰ ਬੇਸਾਂ ਦੇ ਉੱਤੇ, ਮਿਲਟਰੀ ਬੇਸਿਸ ਦੇ ਉੱਤੇ ਉਹਨਾਂ ਦੁਆਰਾ ਲਗਾਤਾਰ ਹਮਲੇ ਕੀਤੇ ਜਾਂਦੇ ਰਹੇ ਆ, ਚਾਹੇ ਉਹਨਾਂ ਦੀਆਂ ਪ੍ਰੌਕਸੀਜ਼ ਆ ਉਹ ਹਊਥੀ ਆ, ਚਾਹੇ ਉਹ ਹਜ਼ਬੁੱਲਾ ਆ, ਚਾਹੇ ਉਹ ਹਮਾਸ ਆ। ਜੀ, ਸੋ ਇਹ ਸਾਰਾ ਕੁਝ ਚੱਲਦਾ ਆ ਰਿਹਾ ਆ। ਹਾਂਜੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲੇਅਰਸ ਜਿਹੜੀਆਂ ਇਸ ਦੀਆਂ ਆ, ਇਸ ਨੂੰ ਪੀਲ ਕਰਨਾ ਕੁਝ ਮਿੰਟਾਂ 'ਚ ਜਾਂ ਘੰਟਿਆਂ ਦੇ ਵਿੱਚ ਉਹ ਕਰਨਾ ਅਸੰਭਵ ਜਿਹੜਾ ਉਹ ਹੁੰਦਾ ਆ। ਹਾਂਜੀ। ਪਰ ਇਹਦੇ ਕੀ ਰੀਪਰਕਸ਼ਨ ਕੀ ਹੋ ਸਕਦੇ ਆ? ਇੱਕ ਤਾਂ ਇਹ ਆ ਜੀ। ਵੀ ਜਿੱਦਾਂ ਇਹ ਦੱਸ ਕੇ ਹਮਲਾ ਕਰਤਾ, ਹੂੰ। ਹੋ ਸਕਦਾ ਵੀ ਆਉਂਦੇ ਦਿਨਾਂ ਦੇ ਵਿੱਚ ਇੱਕ ਅੱਧਾ ਹਮਲਾ ਹੋਰ ਕਰਨ, ਉਹ ਵੀ ਦੱਸ ਕੇ। ਹੂੰ। ਟਰੰਪ ਹੋਣਾ ਨੇ ਉਹਦਾ ਕਹਿਤਾ ਵੀ ਹੁਣ ਇਹਦੇ ਉੱਤੇ ਅਸੀਂ ਰਿਟੈਲੀਏਟ ਨਹੀਂ ਕਰਨਾ। ਠੀਕ ਹੈ। ਵੀ ਜਿਹੜੇ ਇਰਾਨ ਨੇ ਮਿਜ਼ਾਈਲਾਂ ਛੱਡਤੀਆਂ ਸੀਗੀਆਂ, ਗੁੱਸਾ ਉਹਨਾਂ ਨੇ ਕੱਢ ਲਿਆ ਆ, ਪੀਸ ਐਂਡ ਹਾਰਮਨੀ ਇੱਥੇ ਆ ਰਹੀ ਆ ਤੇ ਹੁਣ ਇੱਥੇ ਸ਼ਾਂਤੀ ਦਾ ਵਕਤ ਜਿਹੜਾ ਉਹ ਆ ਗਿਆ ਆ। ਸੋ ਰਿਟੈਲੀਏਸ਼ਨ ਅਮਰੀਕਾ ਨਹੀਂ ਕਰਨ ਜਾ ਰਿਹਾ। ਇਹ ਟਰੰਪ ਹੋਣਾ ਦਾ ਅੱਜ ਦਾ ਇਸ ਵਕਤ ਦਾ ਕਹਿਣਾ ਆ। ਪਰ ਇਰਾਨ ਕੀ ਬਾਅਦ ਦੇ ਵਿੱਚ ਉੱਥੇ ਹੋਰ ਹਮਲੇ ਕਰੂਗਾ? ਜੀ, ਜੀ। ਜੇ ਉੱਥੇ ਕੋਈ ਨੁਕਸਾਨ ਪਹੁੰਚਦਾ ਆ ਫਿਰ ਉਹ ਫੁੱਲ ਫਲੇਜ ਵਾਰ ਦੇ ਵਿੱਚ ਜਾ ਸਕਦੇ ਆ। ਪਰ ਪ੍ਰੋਬਲਮ ਇਹ ਆ, ਇਰਾਨ ਨੂੰ ਆਪਣੀਆਂ ਲਿਮਿਟੇਸ਼ਨਸ ਜਾਣਦੇ ਆ। ਉਹ ਅਮਰੀਕਾ ਦੇ ਨਾਲ ਲੜਨ ਦੇ ਲਈ ਕੇਪੇਬਲ ਨਹੀਂ ਹੈਗੇ। ਇਜ਼ਰਾਈਲ ਨੇ ਐਡਾ ਧੂਆਂ ਕਢਾ ਕੇ ਰੱਖਿਆ ਤੇ ਜੇ ਅਮਰੀਕਾ ਇਸ ਦੇ ਵਿੱਚ ਐਡ ਹੁੰਦਾ ਆ ਤਾਂ ਤੁਸੀਂ ਜਸਟ ਇਮੇਜਿਨ ਵੀ ਕੀ ਹੋਊਗਾ। ਪਰ ਇਰਾਨ ਨੇ ਨਾਲ ਦੇ ਨਾਲ ਪੈਰਲਲੀ 2-4 ਚੀਜ਼ਾਂ ਹੋਰ ਵੀ ਕੀਤੀਆਂ, ਜਿਸ ਦੇ ਵਿੱਚ ਆਇਰਨ ਡੋਮ ਨੂੰ ਭੇਜਣਾ, ਮਿਜ਼ਾਈਲਾਂ ਜਿਹੜੀਆਂ ਉੱਥੇ ਡਿੱਗਣੀਆਂ, ਉਹਨਾਂ ਦੇ ਹੈੱਡਕੁਆਟਰਸ ਤੱਕ ਮਿਜ਼ਾਈਲ ਡਿੱਗਣੀ, ਉਹਨਾਂ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਡਿੱਗਣੀ, ਲੋਕਾਂ ਦੀਆਂ ਮੌਤਾਂ ਹੋਣੀਆਂ। ਜਿੱਦਾਂ ਇਜ਼ਰਾਈਲ ਦੇ ਏਅਰ ਸਟ੍ਰਾਈਕਸ ਨੇ ਇਰਾਨ ਦੇ ਵਿੱਚ ਲੋਕਾਂ ਦੀਆਂ ਮੌਤਾਂ ਜਿਹੜੀਆਂ ਉਹ ਕੀਤੀਆਂ, ਉਹਨਾਂ ਨੇ ਨੁਕਸਾਨ ਪਹੁੰਚਾਇਆ, ਫੈਸਿਲਿਟੀਜ਼ ਦੇ ਉੱਤੇ ਨੁਕਸਾਨ ਪਹੁੰਚਾਇਆ, ਸਾਰਾ ਕੁਝ ਜਿਹੜਾ ਉਹ ਵਾਪਰਿਆ ਆ। ਤੇ ਇਰਾਨ ਜੋ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਨਿਊਕਲੀਅਰ ਫੈਸਿਲਿਟੀਜ਼ ਦੇ ਉੱਤੇ ਪ੍ਰਵੀਨ ਹਮਲਾ ਕੀਤਾ ਗਿਆ ਸੀ, ਅਮਰੀਕਾ ਦੁਆਰਾ ਬੰਬ ਸਿੱਟੇ ਗਏ ਸੀਗੇ, ਤਾਂ ਉਦੋਂ ਇਹ ਸ਼ੁਰੂਆਤੀ ਐਨਾਲਿਸਿਸ ਆਇਆ ਸੀ ਵੀ ਇਰਾਨ ਹੁਣ ਜਲਦੀ ਤੋਂ ਜਲਦੀ ਆਪਣੇ ਆਪ ਨੂੰ ਨਿਊਕਲੀਅਰ ਜਿਹੜਾ ਉਹ ਬਣਾ ਸਕਦਾ ਆ, ਆਪਣੇ ਆਪ ਨੂੰ ਨਿਊਕਲੀਅਰ ਮੁਲਕ ਜਿਹੜਾ ਉਹ ਬਣਾ ਸਕਦਾ ਆ। ਅੱਜ ਜਦ ਸਵੇਰੇ ਦੱਸ ਰਹੇ ਸੀਗੇ ਵੀ ਇਹਨਾਂ ਦੇ ਫੋਰਨ ਮਿਨਿਸਟਰ ਦੀ ਮੀਟਿੰਗ ਪੁਤਿਨ ਨਾਲ ਹੋਈ, ਉਹਨਾਂ ਦੇ ਜਿਹੜੇ ਮੈਦਵੇਦੇਵ ਹੈਗੇ ਆ ਫੋਰਨ ਮਿਨਿਸਟਰੀ ਦੇ ਵਿੱਚੋਂ, ਉਹਨਾਂ ਨੇ ਨਿਊਕਲੀਅਰ ਅਸਲੇ ਦੀ ਗੱਲ ਕੀਤੀ ਸੀ ਇਹਨਾਂ ਨੂੰ ਦੇਣ ਦੀ। ਤੇ ਟਰੰਪ ਹੁਣਾਂ ਦਾ ਉਦੋਂ ਵੀ ਬਿਆਨ ਆ ਗਿਆ ਸੀਗਾ ਵੀ ਰਸ਼ੀਆ ਵਾਲਿਓ ਤੁਸੀਂ ਠੀਕ ਹੈਗੇ ਆ, ਇਹ ਜਿਹੜਾ ਐਨ ਵਰਡ ਆ ਤੁਸੀਂ ਉਦਾਂ ਹੀ ਛੱਡੀ ਜਾਂਦੇ ਆ। ਬਿਲਕੁਲ ਵੀ ਜਿਹੜਾ ਪਰਮਾਣੂ ਹਥਿਆਰ ਇਹਨਾਂ ਨੂੰ ਦੇਣ ਵਾਲੀ ਗੱਲ ਆ ਜਾਂ ਪਰਮਾਣੂ ਬੰਬ ਦੇਣ ਵਾਲੀ ਗੱਲ ਆ, ਉਹ ਤੁਸੀਂ ਕਿਹੜੀ ਜਿਹੜੀ ਅਕਲ ਦੇ ਨਾਲ ਜਿਹੜੀ ਉਹ ਤੁਸੀਂ ਗੱਲ ਇਸ ਟਾਈਮ ਜਿਹੜੀ ਕਰ ਰਹੇ ਆ, ਉਸੇ ਨੂੰ ਰੋਕਣ ਲਈ ਤਾਂ ਇਹ ਸਾਰਾ ਵਿਵਾਦ ਜਿਹੜਾ ਉਹ ਚੱਲ ਰਿਹਾ ਸੀਗਾ। ਸੋ ਇਰਾਨ ਕੋਈ ਛੋਟਾ ਮੁਲਕ ਨਹੀਂ ਆ ਉਦਾਂ। ਹਾਂਜੀ, ਬਿਲਕੁਲ ਪਾਬੰਦੀਆਂ ਦੇ ਬਾਵਜੂਦ ਉਹ ਇੰਨਾ ਕੁਝ ਕਰ ਰਹੇ ਆ। ਇਹਨਾਂ ਦੇ ਕੁਝ ਕਰ ਅਸਲ ਦੇ ਵਿੱਚ ਇੱਕ ਹੋਰ ਇੰਟਰਸਟਿੰਗ ਗੱਲ ਤੁਹਾਡੇ ਨਾਲ ਸਾਂਝੀ ਕਰਦਾ। ਮੈਂ ਥੋੜਾ ਟਾਈਮ ਪਹਿਲਾਂ ਹੀ ਪੜ੍ਹ ਕੇ ਹਟਿਆ ਸੀਗਾ ਇੱਕ ਨਿਊਜ਼ ਵੈਬਸਾਈਟ ਦੇ ਉੱਤੇ। ਉਹ ਕਹਿੰਦੇ ਵੀ ਇਰਾਨ ਤੇ ਇਜ਼ਰਾਈਲ ਦੇ ਰਿਸ਼ਤੇ ਕੋਈ ਸਮਾਂ ਸੀ 1978-79 ਦਾ, ਜਦੋਂ ਇਹਨਾਂ ਦੇ ਆਪਸੀ ਰਿਸ਼ਤੇ ਬਹੁਤ ਵਧੀਆ ਸੀਗੇ। 1948 ਦੇ ਵਿੱਚ ਤਾਂ ਕਹਿੰਦੇ ਵੀ ਇਜ਼ਰਾਈਲ ਦਾ ਜਦੋਂ ਗਠਨ ਹੋਇਆ ਸੀਗਾ, ਇਜ਼ਰਾਈਲ ਜਦੋਂ ਬਣਿਆ ਸੀਗਾ, ਤੁਰਕੀ ਤੋਂ ਬਾਅਦ ਇਰਾਨ ਇੱਕ ਮੁਸਲਿਮ ਬਹੁ ਆਬਾਦੀ ਵਾਲਾ ਦੇਸ਼ ਸੀਗਾ, ਬਹੁ ਗਿਣਤੀ ਵਾਲਾ, ਜਿਹਨੇ ਇਜ਼ਰਾਈਲ ਨੂੰ ਮਾਨਤਾ ਦਿੱਤੀ ਸੀਗੀ। ਤੇ ਉਸ ਸਮੇਂ ਦੇ ਜਿਹੜੇ ਦੋਵਾਂ ਦੇਸ਼ਾਂ ਦੇ ਆਗੂ ਸੀ, ਇਹਨਾਂ ਦੇ ਵਿੱਚ ਖਾਸੀ ਸਾਂਝ ਸੀਗੀ, ਇੱਥੋਂ ਤੱਕ ਕਿ ਇੱਕ ਵਾਰੀ ਸ਼ਾਇਦ ਉਹਨਾਂ ਨੇ ਇੱਕ ਦੂਜੇ ਦੇ ਚੌਪਰ ਵੀ, ਇਹਨਾਂ ਦਾ ਜਿਹੜਾ ਇੱਕ ਅਤਾਉਲਾ ਖਾਂ ਖਮੈਨੀ ਸੀਗਾ ਜਿਹੜਾ ਆਇਤੁੱਲਾ, ਹਾਂਜੀ ਉਹਨੇ ਉਹ ਵਰਤਦਾ ਰਿਹਾ, ਮਤਲਬ ਇੰਨੀ ਜ਼ਿਆਦਾ ਨੇੜਤਾ। ਸੇਮ ਹੀ ਆ, ਹੁਣ ਉਹਦੇ ਪਰਿਵਾਰ ਚੋਂ ਹੀ ਆ। ਹਾਂਜੀ ਬਿਲਕੁਲ। ਪਰ ਬਾਅਦ ਦੇ ਵਿੱਚ 1979 ਦੀ ਜਿਹੜੀ ਕਹਿੰਦੇ ਕ੍ਰਾਂਤੀ ਆਈ ਤੇ ਉਸ ਤੋਂ ਬਾਅਦ ਖਮੈਨੀ ਆ, ਉਸ ਤੋਂ ਬਾਅਦ ਲਗਾਤਾਰ ਆਪਾਂ ਦੇਖਿਆ ਵੀ ਇਹ ਐਸਟੈਬਲਿਸ਼ ਨੇ ਉੱਥੋਂ ਦੀ ਸੱਤਾ ਦੇ ਵਿੱਚ। ਤਾਂ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਜਦੋਂ ਤੋਂ ਉਹਨੇ ਇਜ਼ਰਾਈਲ ਦਾ ਜਿਹੜਾ ਸਾਮਰਾਜਵਾਦ ਆ, ਜਦੋਂ ਆਪਾਂ ਦੇਖਿਆ ਨਾ ਵੀ ਫਿਲਸਤੀਨ ਦੇ ਕੁਝ ਹਿੱਸਿਆਂ ਨੂੰ ਉਹਨਾਂ ਨੇ ਹਥਿਆਉਣਾ ਸ਼ੁਰੂ ਕਰ ਦਿੱਤਾ, ਉਹਦੇ ਕਬਜ਼ਾ ਸ਼ੁਰੂ ਕਰ ਦਿੱਤਾ, ਤੇ ਉਹਦੇ ਨਾਲ ਜਿਹੜਾ ਅਮਰੀਕੀ ਸਹਿਯੋਗ ਆ, ਜਦੋਂ ਇਹਦੇ ਤੋਂ ਬਾਗੀ ਹੋ ਗਏ, ਉਸ ਤੋਂ ਬਾਅਦ ਦੋਨਾਂ ਦੇ ਜਿਹੜੇ ਰਿਸ਼ਤੇ ਸੀਗੇ ਉਹ ਸਹੀ ਨਹੀਂ ਰਹੇ। ਮਤਲਬ ਤੁਸੀਂ ਦੇਖੋ ਵੀ ਅੱਜ ਵੀ ਆਪਾਂ ਚਰਚਾ, ਜਿਹੜੀ ਤੁਸੀਂ ਗੱਲ ਦੀ ਇੱਕ ਸੰਭਾਵਨਾ ਛੱਡੀ ਹੈ ਨਾ, ਮੈਨੂੰ ਵਧੀਆ ਲੱਗੀ ਵੀ ਇਹ ਹਲੇ ਜੋ ਵਾਪਰ ਰਿਹਾ ਉਹਦੇ ਉੱਤੇ ਗੱਲ ਕਰ ਰਹੇ ਆ। ਇਸ ਤੋਂ ਬਾਅਦ ਦੁਨੀਆ ਦਾ ਮੁਹਾਂਦਰਾ ਕੀ ਹੋਊਗਾ ਉਹਦੇ ਤੇ ਨਹੀਂ ਆਪਾਂ ਗੱਲ ਕਰ ਰਹੇ। ਉਹ ਤਾਂ ਇੱਕ ਬਹੁਤ ਬਰੋਡ ਵਿਸ਼ਾ ਬਣ ਜਾਣਾ ਜੀ। ਇਹਦੇ ਉੱਤੇ ਜਿਹੜੇ ਏਸ਼ੀਆ ਦੇ, ਖਾਸ ਕਰਕੇ ਅਮਰੀਕਾ ਦੇ ਬਾਰੇ ਜਿੰਨੀ ਆਪਾਂ ਇਸ ਟਾਈਮ ਖਬਰਾਂ ਦੇ ਨਾਲ ਵਾਹ ਵਾਸਤਾ ਰਹਿੰਦੇ ਆ, ਰੂਸ, ਚੀਨ ਤੇ ਭਾਰਤ ਕੀ ਕਦਮ ਚੁੱਕਦੇ, ਉਹਦੇ ਤੇ ਵੀ ਅਮਰੀਕਨ ਥਿੰਕ ਟੈਂਕ ਵਿਚਾਰ ਕਰ ਰਿਹਾ ਵੀ ਉਹਨਾਂ ਦਾ ਪੱਲਾ ਕਿਸ ਪਾਸੇ ਨੂੰ ਹੈ ਤੇ ਉਹਨਾਂ ਦਾ ਰੁਖ ਕਿੱਧਰ ਨੂੰ ਹੈ। ਕੀ ਅਮਰੀਕਨ ਜੋ ਪੋਲਿਟਿਕਸ ਆ ਉਹਨੂੰ ਸੂਟ ਕਰ ਰਿਹਾ ਜਾਂ ਨਹੀਂ ਸੂਟ ਕਰ ਰਿਹਾ, ਇਹਦੇ ਤੇ ਵੀ।
ਪਰ ਜਦੋਂ ਇਹ ਚੀਜ਼ਾਂ ਇੰਨੀਆਂ ਕੁ ਵਿਗੜ ਗਈਆਂ, ਦੋਨਾਂ ਦੇਸ਼ਾਂ ਦੇ ਵਿਚਾਲੇ ਦੁਸ਼ਮਣੀਆਂ ਵੱਧ ਗਈਆਂ, ਇਜ਼ਰਾਈਲ ਤੇ ਈਰਾਨ ਦੇ ਵਿਚਾਲੇ, ਤਾਂ ਫਿਰ ਜ਼ਾਹਰ ਜੀ ਗੱਲ ਆ, ਅਮਰੀਕਾ ਨੂੰ ਇਜ਼ਰਾਈਲ ਵਾਲਾ ਪਲੜਾ ਉਸ ਪਾਸੇ ਝੁਕਣਾ ਪੈਣਾ ਸੀ, ਉਸ ਪਾਸੇ ਜਾਣਾ ਪੈਣਾ ਸੀਗਾ। ਸੋ ਫਿਲਿਸਤੀਨ ਦੇ ਮੁੱਦੇ ਦੇ ਉੱਤੇ ਦੋਨਾਂ ਦੇਸ਼ਾਂ ਦੇ ਵਿੱਚ ਜਦੋਂ ਤਰੇੜ ਆਏਗੀ, ਤਾਂ ਈਰਾਨ ਨੇ ਖੁੱਲ੍ਹ ਕੇ ਫਿਲਿਸਤੀਨ ਦੀ ਜਿਹੜੀ ਹਮਾਇਤ ਆ ਉਹ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਹਤੋਂ ਇਜ਼ਰਾਈਲ ਖਾਸਾ ਨਾਰਾਜ਼ ਹੋ ਗਿਆ। ਪ੍ਰਵੀਨ, ਬ੍ਰੇਕਿੰਗ ਨਿਊਜ਼ ਆ ਰਹੀ ਹੈ, ਟਰੰਪ ਹੋਣਾ ਨੇ ਹੁਣੇ-ਹੁਣੇ ਹਾਂਜੀ। ਜਿਹੜਾ ਆ ਨਾ ਆਪਣੇ ਪ੍ਰੋਗਰਾਮ ਕਰਦਿਆਂ ਜਿਹੜਾ ਟਵੀਟ ਕਰਤਾ ਆ, ਹੂੰ, ਹੂੰ। ਕਹਿੰਦੇ ਵੀ ਵਧਾਈਆਂ ਹੋਣ ਸਾਰਿਆਂ ਨੂੰ, ਕੰਗ੍ਰੈਚੁਲੇਸ਼ਨਸ ਟੂ एवरीवन। ਕਹਿੰਦੇ ਵੀ ਇਜ਼ਰਾਈਲ ਤੇ ਈਰਾਨ ਦੇ ਦਰਮਿਆਨ ਕੰਪਲੀਟ ਤੇ ਟੋਟਲ ਸੀਜ਼ਫਾਇਰ ਐਗਰੀ ਕਰ ਗਏ। ਅੱਛਾ, ਠੀਕ। ਲਓ ਜੀ, ਸੋ ਸ਼ਾਂਤੀ ਦੁਨੀਆ ਦੇ ਸ਼ਾਂਤੀ ਦੂਤ। ਸ਼ਾਂਤੀ ਦੂਤ ਇਸ ਟਾਈਮ ਹੁਣ ਤੁਸੀਂ ਦੇਖ ਲਓ। ਹਾਂਜੀ, ਦੁਨੀਆ ਦੇ ਸ਼ਾਂਤੀ। ਇਹਨਾਂ ਨੇ ਸਪੈਸ਼ਲ ਕਿਹਾ ਆ ਵੀ ਪੀਸ ਥਰੂ ਸਟਰੈਂਥ। ਜੀ, ਜੀ। ਕਈ ਵਾਰੀ ਡੰਡੇ ਦੇ ਨਾਲ ਜਿਹੜਾ ਸਰਪੰਚ ਆ ਜਾਂ ਮੇਅਰ ਹੁੰਦਾ, ਮੋਹਤਬਰ ਬੰਦਾ ਹੁੰਦਾ, ਉਹਨੂੰ ਡੰਡੇ ਇੱਕ ਮਾਰਨਾ ਪੈਂਦਾ ਆ, ਪਰ ਇਹ ਵੀ ਵੱਜਦੀ ਇੱਕ ਦੀ ਆ, ਵੱਜਦੀ ਇੱਕ ਦੀ। ਦੂਜੇ ਨੂੰ ਤਾਂ ਫੜ ਲਿਆ ਜਾਂਦਾ, ਦੂਜੇ ਨੂੰ ਬੜਾ ਸਾਈਡ ਤੇ ਹੋ ਝਟਕਦਾ। ਜਾਂਦਾ। ਹਾਂ, ਬਿਲਕੁਲ। ਸੋ ਇਜ਼ਰਾਈਲ ਨੂੰ ਝਿੜਕਿਆ ਵੀ ਨਹੀਂ, ਝਿੜਕਣ ਵਾਲੀ ਕੋਈ ਗੱਲ ਨਹੀਂ, ਪੂਰਾ ਸਾਥ ਦਿੱਤਾ ਆ, ਕਾਕਾ ਤੂੰ ਬਹਿ ਜਾ, ਦੂਜੇ ਨੂੰ ਜਿਹੜਾ ਉਹ ਕਿਹਾ ਆ। ਸੋ ਕਹਿੰਦੇ ਵੀ ਟੋਟਲ ਸੀਜ਼ਫਾਇਰ ਦੇ ਲਈ ਇਸ ਟਾਈਮ ਇਹ ਦੋਨੋਂ ਮੁਲਕ ਜਿਹੜੇ ਉਹ ਮੰਨ ਚੁੱਕੇ ਆ। ਸੋ ਜਿਹੜੀਆਂ ਸੰਭਾਵਨਾਵਾਂ ਆਪਾਂ ਸਵੇਰੇ ਪ੍ਰਗਟਾਈਆਂ ਸੀਗੀਆਂ, ਉਹ ਉਸੇ ਤਰੀਕੇ ਦੇ ਨਾਲ ਹੀ ਬਿਲਕੁਲ ਪ੍ਰਵੀਨ ਜਿਹੜੀਆਂ ਉਹ ਵਾਪਰ ਰਹੀਆਂ ਆ, ਜਿਉਂ-ਜਿਉਂ ਆਪਾਂ ਜਿਹੜਾ ਉਹ ਸੋਚ ਰਹੇ ਸੀਗੇ, ਤੇ ਉਹੀ ਚੀਜ਼ ਜਿਹੜੀ ਉਹ ਵਾਪਰੀ ਆ। ਦੋਨਾਂ ਮੁਲਕਾਂ ਨੇ ਜਿਹੜਾ ਉਹ ਦੱਸ ਦਿੱਤਾ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਇਸ ਟਾਈਮ ਸ਼ਾਂਤੀ ਆ ਉਹ ਉੱਥੇ ਜਿਹੜੀ ਹੋਣ ਜਾ ਰਹੀ ਆ। ਸੋ ਕਹਿੰਦੇ ਵੀ ਕੰਗ੍ਰੈਚੁਲੇਸ਼ਨਸ ਟੂ एवरीवन, ਫੁੱਲੀ ਐਗਰੀ ਕਰ ਗਏ ਆ ਇਜ਼ਰਾਈਲ ਤੇ ਈਰਾਨ ਵੀ ਕੰਪਲੀਟ ਤੇ ਟੋਟਲ ਸੀਜ਼ਫਾਇਰ ਹੋਊਗੀ। ਕਹਿੰਦੇ ਵੀ ਹੁਣ ਤੋਂ 6 ਘੰਟੇ ਬਾਅਦ ਇਜ਼ਰਾਈਲ ਤੇ ਈਰਾਨ ਜਿਹੜੇ ਆ ਉਹ ਵਾਈਂਡ ਡਾਊਨ ਕਰਨਗੇ, ਜੋ ਹਮਲੇ ਕਰ ਰਹੇ ਸੀਗੇ, ਤੇ ਹੁਣ ਵਾਪਸ ਕਰਨਗੇ। ਪ੍ਰੋਗਰੈਸ ਜਿਹੜੀ ਆਪਾਂ ਤੇ ਕਰ ਰਹੀ ਆ, ਫਾਈਨਲ ਮਿਸ਼ਨਸ ਜਿਹੜੇ ਇਨ ਪ੍ਰੋਗਰੈਸ ਆ, ਉਹ ਕੰਪਲੀਟ ਕਰਕੇ ਘਰਾਂ ਨੂੰ ਜਿਹੜਾ ਉਹ ਪਰਤਣ ਜਾ ਰਹੇ ਆ। 12 ਘੰਟਿਆਂ ਦੇ ਵਿੱਚ ਜਿਹੜੀ ਵਾਰ ਆ ਉਹ ਕੰਸੀਡਰ ਕੀਤੀ ਜਾਊਗੀ ਵੀ ਐਂਡ ਹੋ ਚੁੱਕੀ ਆ, ਖਤਮ ਜਿਹੜੀ ਉਹ ਹੋ ਚੁੱਕੀ ਆ। ਈਰਾਨ ਕਹਿੰਦਾ ਵੀ ਸੀਜ਼ਫਾਇਰ ਅਫੀਸ਼ੀਅਲੀ ਸਟਾਰਟ ਕਰੂਗਾ 12ਵੇਂ ਘੰਟੇ ਤੇ, ਇਜ਼ਰਾਈਲ ਜਿਹੜੀ ਉਹ ਸੀਜ਼ਫਾਇਰ ਸਟਾਰਟ ਕਰੂਗਾ 24 ਘੰਟੇ ਦੇ ਉੱਤੇ, ਤੇ ਅਫੀਸ਼ੀਅਲ ਐਂਡ 12 ਦਿਨ ਦੀ ਜਿਹੜੀ ਲੜਾਈ ਆ ਉਹ ਖਤਮ ਜਿਹੜੀ ਉਹ ਹੋਣ ਜਾ ਰਹੀ ਆ। ਸੋ ਸੀਜ਼ਫਾਇਰ ਦੇ ਵਿੱਚ ਦੋਨੋਂ ਹੀ ਕਹਿੰਦੇ ਮੁਲਕ ਪੀਸਫੁਲ ਤੇ ਰਿਸਪੈਕਟਫੁਲ ਜਿਹੜੇ ਉਹ ਰਹਿਣਗੇ, ਤੇ ਕਹਿੰਦੇ ਵੀ ਇਹ ਜਿਹੜੀ ਦਾ 12 ਡੇ ਵਾਰ, ਇਹ ਜਿਹੜੀ ਵਾਰ ਆ, ਜਿਹੜੀ ਕਹਿੰਦੇ ਵੀ ਕਈ ਸਾਲਾਂ ਤੱਕ ਚੱਲ ਸਕਦੀ ਸੀਗੀ, ਜੇ ਮੈਂ ਵਿੱਚ ਨਾ ਹੁੰਦਾ ਤਾਂ ਇੰਟਾਇਰ ਮਿਡਲ ਈਸਟ ਦੇ ਵਿੱਚ ਫੈਲ ਸਕਦੀ ਸੀਗੀ, ਤੇ ਪਰ ਆਪਾਂ ਕਦੀ ਜਿਹੜਾ ਉਹ ਹੋਣ ਨਹੀਂ ਦੇਣਾ। God bless Israel, God bless Iran, God bless the Middle East, God bless the United States of America, God bless the world। ਸੋ ਇਸ ਟਾਈਮ ਬਿਲਕੁਲ ਸ਼ਾਂਤੀ ਦੇ ਦੂਤ, ਜਿੱਦਾਂ ਤੁਸੀਂ ਕਿਹਾ ਆ ਵੀ ਰਾਸ਼ਟਰਪਤੀ ਟਰੰਪ ਉਹ ਬਣ ਕੇ ਉੱਭਰੇ ਨੇ। ਮੈਂ ਨਾ ਵੀ ਫਿਰ ਵੀ ਚੰਗੀ ਗੱਲ ਆ ਪ੍ਰਵੀਨ, ਮਨੁੱਖਤਾ ਦੇ ਲਿਹਾਜ਼ ਦੇ ਨਾਲ ਦੇਖੋ, ਫਿਰ ਵੀ 1000 ਬੰਦਾ ਮਰ ਗਿਆ। ਹਾਂਜੀ, 12 ਦਿਨਾਂ ਦੇ ਵਿੱਚ। 12 ਦਿਨਾਂ ਦੇ ਵਿੱਚ ਇਹ ਸੀਗਾ ਵੀ ਇਹ ਮੁਲਕ ਦੋਨੋਂ ਇੱਕ ਦੂਜੇ ਤੋਂ ਥੋੜੇ ਜਿਹੜੇ ਉਹ ਇਸ ਟਾਈਮ ਹੈਗੇ ਨੇ, ਤੇ ਜਿਹੜੇ ਇੱਕ ਦੂਜੇ ਤੋਂ ਦੂਰ ਨੇ, ਤਾਂ ਇਦਾਂ ਜੇ ਲਾਗੇ ਹੁੰਦੇ ਤਾਂ ਫਿਰ ਸ਼ਾਇਦ ਨੁਕਸਾਨ ਜ਼ਿਆਦਾ ਜਿਹੜਾ ਉਹ ਹੋ ਸਕਦਾ ਸੀਗਾ। ਪਰ ਓਵਰਆਲ ਟਰੰਪ ਹੁਣਾਂ ਨੇ ਜਿਹੜੀ ਸੀਜ਼ਫਾਇਰ ਆ ਉਹ ਇੱਕ ਵਾਰੀ ਫੇਰ ਕਰਵਾ ਦਿੱਤੀ ਆ, ਪਹਿਲੋਂ ਪਾਕਿਸਤਾਨ ਇੰਡੀਆ ਦੀ, ਤੇ ਹੁਣ ਜਿਹੜੀ ਆ ਇਜ਼ਰਾਈਲ ਤੇ ਈਰਾਨ ਦੇ ਦਰਮਿਆਨ ਕਰ ਦਿੱਤੀ ਆ। ਸੋ ਕਹਿੰਦੇ ਵੀ ਗੁੱਸਾ ਗੱਸਾ ਸਾਰਿਆਂ ਨੇ ਕੱਢ ਲਿਆ ਆ, ਤੇ ਹੁਣ ਸ਼ਾਂਤੀ ਦਾ ਵਕਤ ਜਿਹੜਾ ਉਹ ਆ ਚੁੱਕਾ ਆ। ਸੋ ਕਹਿੰਦੇ ਵੀ ਸਾਰਿਆਂ ਨੂੰ ਬਹੁਤ-ਬਹੁਤ ਜਿਹੜੀਆਂ ਇਸ ਚੀਜ਼ ਦੀਆਂ ਵਧਾਈਆਂ ਜਿਹੜੀਆਂ ਉਹਨਾਂ ਨੇ ਭੇਂਟ ਕੀਤੀਆਂ, ਤੇ ਹੁਣ ਤੋਂ ਕਹਿੰਦੇ ਵੀ ਕੁਝ ਘੰਟਿਆਂ ਬਾਅਦ ਦੋਨਾਂ ਦੇ ਜਿਹੜੇ ਆਪੋ ਆਪਣੇ ਇਹਨਾਂ ਦੇ ਮਿਸ਼ਨ ਸੀਗੇ ਉਹ ਸਮਾਪਤ ਜਿਹੜੇ ਉਹ ਹੋਣ ਜਾ ਰਹੇ ਹੈ। ਹਾਲਾਂਕਿ ਸ਼ਾਂਤੀ ਦੇ ਦੂਤ ਹਲੇ ਤੱਕ ਰੂਸ ਯੂਕਰੇਨ ਜੰਗ ਨਹੀਂ ਖਤਮ ਕਰਵਾ ਸਕੇ, ਉਹ ਨਹੀਂ ਇਹਨਾਂ ਤੋਂ ਖਤਮ ਹੋਈ। ਉਹ ਉਧਰ ਯਾਰੀ ਥੋੜੀ ਡਿਫਰੈਂਟ ਆ। ਹਾਂਜੀ, ਉਧਰ ਮਸਲੇ ਕੁਝ ਹੋਰ ਨੇ, ਉਧਰ ਮਸਲੇ ਜਿਹੜੇ ਉਹ ਕੁਝ ਹੋਰ ਹਾਂਜੀ, ਬਿਲਕੁਲ। ਸੋ ਇਹ ਜਿਹੜੀ ਲੇਟੈਸਟ ਅਪਡੇਟ ਆ ਉਹ ਇਸ ਟਾਈਮ ਆਪਣੇ ਸਾਹਮਣੇ ਆ। ਸੋ ਰਾਸ਼ਟਰਪਤੀ ਟਰੰਪ ਹੁਣਾਂ ਨੇ ਹੁਣੇ ਜਿਹੜਾ ਉਹ ਟਵੀਟ ਕਰਕੇ ਜਿਹੜਾ ਇਹ ਕਹਿ ਦਿੱਤਾ ਆ ਵੀ ਇਸ ਟਾਈਮ ਜਿਹੜੀ ਲੜਾਈ ਆ, ਇਹ 12 ਦਿਨ ਦੀ ਜਿਹੜੀ ਲੜਾਈ ਆ ਉਹ ਖਤਮ ਹੋ ਰਹੀ ਆ, ਸੀਜ਼ਫਾਇਰ ਹੋਣ ਜਾ ਰਹੀ। ਜੀ ਬਿਲਕੁਲ। ਸੋ ਆਪਾਂ ਜਿਹੜੀ ਗੱਲਬਾਤ ਆ, ਜਿਹੜੀ ਚਰਚਾ ਉਹ ਲਗਾਤਾਰ ਇਹਦੇ ਉੱਤੇ ਕਰ ਰਹੇ ਹਾਂ ਕਿ ਇਸ ਟਾਈਮ ਦੁਨੀਆ ਦਾ ਜਿਹੜਾ ਮੁਹਾਂਦਰਾ ਉਹ ਕਿਵੇਂ ਹੋਊਗਾ। ਅਮਰੀਕਾ ਦੀ ਪੋਲਿਟਿਕਸ ਦੇ ਲਿਹਾਜ਼ ਦੇ ਨਾਲ ਈਰਾਨ ਇਜ਼ਰਾਈਲ ਦੀ ਜਿਹੜੀ ਜੰਗ ਆ ਉਹ ਕਿੱਧਰ ਨੂੰ ਆ, ਕਿਉਂਕਿ ਅਮਰੀਕਾ ਨੇ ਇੱਕਦਮ ਜਿਹੜੇ ਹਮਲਿਆਂ ਨੂੰ ਅੰਜਾਮ ਦਿੱਤਾ ਸੀਗਾ, ਉਸ ਤੋਂ ਬਾਅਦ ਈਰਾਨ ਮੰਨਿਆ ਜਾ ਰਿਹਾ ਸੀਗਾ ਕਿ ਬੈਕਫੁੱਟ ਤੇ ਆ ਗਿਆ। ਅਮਰੀਕੀ ਹਮਲਿਆਂ ਦਾ ਸਾਹਮਣਾ ਕਰਨਾ, ਅਮਰੀਕੀ ਹਮਲਿਆਂ ਦਾ ਤੋੜ ਲੱਭਣਾ, ਜਾਂ ਅਮਰੀਕਾ ਨੂੰ ਅੱਖਾਂ ਦਿਖਾਉਣੀਆਂ, ਇਹ ਇੱਕ ਕਿਸੇ ਵੀ ਦੇਸ਼ ਦੇ ਲਈ, ਖਾਸ ਕਰਕੇ ਜਿਹੜਾ ਪਾਬੰਦੀਆਂ ਦਾ ਸਾਹਮਣਾ ਕਰ ਲਿਆ, ਉਹਦੇ ਲਈ ਬਹੁਤ ਵੱਡੀ ਗੱਲ ਆ। ਸੋ ਇਸ ਕਰਕੇ ਆਪਾਂ ਤੁਹਾਨੂੰ ਵੀ ਸੱਦਾ ਦਿੰਦੇ ਹਾਂ 408 272 5200 ਦੇ ਉੱਤੇ, ਤੁਸੀਂ ਵੀ ਆ ਕੇ ਆਪਣੀ ਟਿੱਪਣੀ ਜਿਹੜੀ ਆ ਉਹ ਕਰ ਸਕਦੇ ਹੋ।
ਜੀ ਤੇ ਆਪਣੇ ਨਾਲ ਜੁੜੇ ਨੇ ਨਿਰਮਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨੋਂ ਭਰਾਵਾਂ ਨੂੰ ਸਤਿ ਜੀ, ਸ਼੍ਰੀ ਅਕਾਲ। ਸਾਰੇ ਸਤਿ ਸ਼੍ਰੀ ਅਕਾਲ। ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਬਹੁਤ ਅਕਾਲ। ਵਧੀਆ ਇਸ਼ੂ ਤੁਹਾਡਾ, ਬਹੁਤ ਵਧੀਆ ਪ੍ਰੋਗਰਾਮ ਆ। ਬਹੁਤ ਖੁਸ਼ੀ ਵਾਲੀ ਗੱਲ ਆ ਕਿ ਜਿਹੜੀ ਸੀਜ਼ ਫਾਇਰ ਹੋ ਗਈ ਆ ਜੀ। ਹਾਂਜੀ ਪਰ ਮੇਰੇ ਕਹਿੰਦੇ ਵੀ ਜਿਹੜੀ ਇੱਕ ਗੱਲ ਸਮਝ ਨਹੀਂ ਆਉਂਦੀ ਜੀ। ਕਿ ਜਦੋਂ ਨਿਊਕਲੀਅਰ ਬੰਬ ਜਿਹੜਾ ਹੈਗਾ ਨਾ ਉਹ ਕਿਤੇ ਵੀ ਚੱਲੇ, ਹੂੰ ਉਹਦੀਆਂ ਜਿਹੜੀਆਂ ਰੇਡੀਏਸ਼ਨ ਹੈਗੀਆਂ ਉਹ 100 ਮੀਲ ਤੱਕ ਜਿਹਦਾ ਮਾਰ ਕਰਦੀਆਂ ਉਹ ਸਾਰੇ ਪਾਸੇ ਨੂੰ। ਜੀ। ਜਿਹੜਾ ਪੈਲਸਤੀਨ ਹੈਗਾ ਉਹ ਸਿਰਫ ਮੈਂ ਅੱਜ ਪੜ੍ਹਦਾ ਹੈਗਾ 36 ਮੀਲ ਦੀ ਦੂਰੀ ਤੇ ਆ ਇਜ਼ਰਾਈਲ ਤੋਂ। ਹਾਂਜੀ, ਨਾਲ ਹੀ ਹੈ ਜੀ, ਉਹ ਤਾਂ ਨਾਲ ਹੀ ਹੈ। ਨੇਬਰਿੰਗ ਕੰਟਰੀ ਜਾਰਡਨ ਨਾਲ ਪੈਂਦਾ। ਉਹ ਫਿਰ ਜਿਹੜਾ ਪੈਲਸਤੀਨ ਦੀ ਹੈਲਪ ਲਈ ਜੋ ਇਰਾਨ ਸਾਰਾ ਕੁਝ ਹੋ ਰਿਹਾ, ਇਹ ਪੈਲਸਤੀਨ ਦੀ ਹੈਲਪ ਕਰਕੇ ਹੋ ਰਿਹਾ। ਉਹਨਾਂ ਦੇ ਕਰਕੇ ਸਾਰਾ ਇਸ਼ੂ ਆ ਬਿਟਵੀਨ ਇਰਾਨ ਐਂਡ ਇਜ਼ਰਾਈਲ। ਇਹ ਉਹਨਾਂ ਨੂੰ ਇਹ ਨਹੀਂ ਪਤਾ ਵੀ ਪੈਲਸਤੀਨ ਵਾਲਿਆਂ ਨੂੰ ਵੀ ਜੇ ਇਰਾਨ ਨੇ ਨਿਊਕਲੀਅਰ ਬੰਬ ਬਣਾ ਲਿਆ, ਇਹ ਇਜ਼ਰਾਈਲ ਤੇ ਚਲਾਤਾ ਤੇ ਨਾਲ ਅਸੀਂ ਵੀ ਮਰਾਂਗੇ। 100,000 ਆਫ ਜਿਹੜੇ ਪੈਲਸਤੀਨ ਦੇ ਲੋਕੀ ਆ ਉਹ ਵੀ ਬਿਮਾਰ ਹੋ ਗਏ, ਹੌਲੀ ਹੌਲੀ ਮਰਨਗੇ ਕੈਂਸਰ ਦੀਆਂ ਬਿਮਾਰੀਆਂ ਨਾਲ। ਉਹ ਕਿੱਦਾਂ ਇਜਾਜ਼ਤ ਦੇ ਸਕਦੇ ਆ ਇਰਾਨ ਨੂੰ ਇਹ ਨਿਊਕਲੀਅਰ ਬੰਬ ਇਜ਼ਰਾਈਲ ਦੇ ਉੱਤੇ ਚਲਾਉਣ ਦੀ? ਇਹ ਮੈਨੂੰ ਗੱਲ ਜਿਹੜੀ ਸਮਝ ਉਹਨਾਂ ਕੋਲ ਹੈ ਹੀ ਨਹੀਂ ਹੈ ਨਾ, ਇਰਾਨ ਦੇ ਕੋਲ ਨਿਰਮਲ ਜੀ ਨਿਊਕਲੀਅਰ ਬੰਬ ਹੈ ਨਹੀਂ ਹੈ। ਉਹ ਬਣਾਉਣਾ ਚਾਹੁੰਦੇ ਆ, ਉਹ ਲੈਣਾ ਚਾਹੁੰਦੇ ਆ, ਤੇ ਦੁਨੀਆ ਕਹਿੰਦੀ ਵੀ ਨਹੀਂ ਤੁਹਾਨੂੰ ਰੱਖਣ ਨਹੀਂ ਦੇਣਾ, ਤੁਹਾਡੀ ਰਜੀਮ ਤੇ ਕਿਸੇ ਨੂੰ ਭਰੋਸਾ ਨਹੀਂ, ਤੁਸੀਂ ਕਿਸੇ ਵੀ ਟਾਈਮ ਚਲਾ ਦੇਣਾ, ਕਿਉਂਕਿ ਤੁਸੀਂ ਬਾਰ-ਬਾਰ ਕਹਿੰਦੇ ਵੀ ਇਜ਼ਰਾਈਲ ਦੁਨੀਆ ਦੇ ਉੱਤੇ ਹੋਣਾ ਹੀ ਨਹੀਂ ਚਾਹੀਦਾ। ਸੋ ਇਸ ਲਈ ਇਰਾਨ ਨੂੰ ਕਦੀ ਵੀ ਜਿਹੜਾ ਨਿਊਕਲੀਅਰ ਅਸਲਾ ਜਿਹੜਾ ਉਹ ਨਹੀਂ ਰੱਖਣ ਦਿੱਤਾ ਜਾਊਗਾ। ਇਸੇ ਲਈ ਜਿਹੜੀ ਦੁਨੀਆ ਆ ਉਸ ਚੀਜ਼ ਦੇ ਉਲਟ ਹੈਗੀ ਆ। ਪਰ ਬਾਕੀ ਮੁਲਕ ਇਸ ਗੱਲ ਤੇ ਸਟਾਪ ਕਿਉਂ ਨਹੀਂ ਕਰਦੇ ਇਰਾਨ ਨੂੰ ਇਹ ਬੰਬ ਗਾਹਾਂ ਪਰਸੂ ਕਰਨ ਲਈ, ਬਣਾਉਣ ਲਈ? ਕਿ ਤੂੰ ਬਣਾ ਹੀ ਨਾ, ਤਾਂ ਜੇ ਇਸ ਗੱਲ ਦਾ ਰੌਲਾ ਆ। ਇਹ ਤਾਂ ਹੁਣ ਏਦਾਂ ਹੈ ਨਾ ਵੀ ਤੁਸੀਂ ਹੁਣ ਇਰਾਨ ਦੇ ਐਂਗਲ ਤੋਂ, ਇਸ ਐਂਗਲ ਤੋਂ ਦੇਖੋ ਨਾ, ਉਹ ਕਹਿੰਦਾ ਯਾਰ ਜਦੋਂ ਨਾਰਥ ਕੋਰੀਆ ਕੋਲ ਬੰਬ ਆ ਤੇ ਉੱਤੇ ਨਹੀਂ ਕੋਈ ਹਮਲਾ ਕਰਦਾ। ਜਿਹਦੇ ਕੋਲ ਨਿਊਕਲੀਅਰ ਬੰਬ ਆ ਉਹਦੇ ਤੇ ਹਮਲਾ ਨਹੀਂ ਹੁੰਦਾ। ਉਹ ਕਹਿੰਦੇ ਵੀ ਮੈਂ ਬਣਾਉਣਾ ਆ। ਉਹ ਇਸ ਐਂਗਲ ਤੋਂ ਜਿਹੜਾ ਕਹੀ ਜਾਂਦੇ, ਕਹਿੰਦੇ ਵੀ ਸਾਨੂੰ ਤੁਸੀਂ ਪਿੱਛੇ ਰੱਖਿਆ ਆ। ਹੈ ਤਾਂ ਮਾੜੀ ਗੱਲ ਆ, ਨਿਊਕਲੀਅਰ ਬੰਬ ਤਾਂ ਕਿਸੇ ਕੋਲ ਵੀ ਨਹੀਂ ਹੋਣਾ ਚਾਹੀਦਾ। ਪਰ ਅਫਸੋਸ ਵਾਲੀ ਗੱਲ ਇਹ ਆ ਵੀ ਦੁਨੀਆ ਆਈਡਲਿਸਟ ਨਹੀਂ ਹੈਗੀ। ਬਿਲਕੁਲ ਆਦਰਸ਼ਵਾਦ ਆਪਣੇ ਬਚਾਅ ਲਈ ਰੱਖਣਾ ਤੇ ਚਲੋ ਮੇਕ ਸੈਂਸ ਆ ਜੀ, ਜਦੋਂ ਮੇਰੇ ਕੋਲ ਹੋਵੇ ਇਹ ਵਰਕ ਐਜ਼ ਏ ਡਿਟਰੈਂਟ। ਜੀ। ਪਰ ਜਿਹੜਾ ਇਜ਼ਰਾਈਲ ਦਾ ਡਰ ਹੈਗਾ ਵੀ ਇਹ ਸਾਡੇ ਤੇ ਮਤਲਬ ਚਲਾ ਲਊਗਾ, ਇਸ ਕਰਕੇ ਅਸੀਂ ਇਹਨੂੰ ਰੱਖਣ ਨਹੀਂ ਦੇਣਾ। ਹਾਊ ਅਦਰ ਕੰਟਰੀਜ਼ ਲਾਈਕ ਪੈਲਸਤੀਨ ਵਿਲ ਅਲਾਉ ਇਰਾਨ ਟੂ ਅਟੈਕ ਇਜ਼ਰਾਈਲ ਵਿਦ ਦ ਨਿਊਕਲੀਅਰ ਬੰਬ? ਮੈਨੂੰ ਇਹ ਸਮਝ ਨਹੀਂ ਆਉਂਦੀ ਜਿੱਦਾਂ। ਹਾਂਜੀ, ਉਹ ਤਾਂ ਹੁਣ ਜਦੋਂ ਆਊਗਾ ਉਸ ਤੋਂ ਬਾਅਦ ਚ ਦੇਖਿਆ ਜਾ ਸਕਦਾ ਵੀ ਉਹ ਅਲਾਉ ਕਰਦੇ ਆ ਕਿ ਨਹੀਂ। ਉਹ ਅਗਲੇ ਕਹਿੰਦੇ ਹੋਣੇ ਵੀ 55,000 ਤਾਂ ਅਸੀਂ ਆਲਰੇਡੀ ਮਰਾ ਲਿਆ। ਹਾਂਜੀ ਬਿਲਕੁਲ, ਦੂਜੇ ਬੰਬਾਂ ਦੇ ਨਾਲ ਹੀ ਦੂਜੇ ਮਾਰੀ ਜਾਂਦੇ ਆ। ਹਾਂਜੀ ਉਹਨਾਂ ਦੇ ਬਹੁਤ ਜ਼ਿਆਦਾ ਨੁਕਸਾਨ ਹੋਇਆ। ਹਾਂਜੀ, ਨੁਕਸਾਨ ਤਾਂ ਉਹਨਾਂ ਦਾ ਹੀ ਹੋ ਰਿਹਾ ਨਾ। ਜੀ ਵਾਹਿਗੁਰੂ ਜੀ ਸਾਰੇ ਅੱਗੇ ਹੀ ਆ ਜੀ। ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਇਹਨਾਂ ਲੋਕਾਂ ਦਾ ਦਿਮਾਗ ਕਿੱਦਾਂ ਦਾ। ਜਦੋਂ ਦੇ ਅਸੀਂ ਅਮਰੀਕਾ 'ਚ ਆਏ ਆ ਉਦੋਂ ਦੀ ਅਸੀਂ ਨਿਊਜ਼ ਨੂੰ ਫੋਲੋ ਕੀਤਾ। ਬਸ ਇਹ ਮਾਰ ਮਰਈਆ ਨਾ ਇਹਨਾਂ ਦੇ ਆਹ ਪੈਲਸਤੀਨ ਦੇ ਵਿੱਚੋਂ ਜਿਹੜੇ ਆਹ ਹਿਜ਼ਬੁੱਲਾ ਵਾਲੇ ਆ, ਇੱਦਾਂ ਹੀ ਚੱਲਦਾ। ਇਹ 50 ਸਾਲਾਂ 2 ਸਾਲਾਂ ਬਾਅਦ ਜੁੱਤੀਆਂ ਖਾ ਕੇ 5-7 ਸਾਲ ਫੇਰ ਬੈਠੇ ਰਹਿੰਦੇ ਆ, ਫੇਰ ਉੱਠਦੇ ਆ, ਫੇਰ ਛਿੱਤਰ ਖਾ ਕੇ ਫੇਰ ਬਹਿ ਜਾਂਦੇ ਆ। ਇਹਨਾਂ ਦਾ ਇਹੋ ਕੰਮ ਚੱਲਿਆ ਹੋਇਆ ਜਿੱਦਾਂ। ਜੀ ਬਿਲਕੁਲ, ਵੱਖੋ ਵੱਖਰੇ ਐਂਗਲਸ ਤੋਂ ਸਾਰੇ ਜਾਣੇ ਜਿਹੜੇ ਉਹ ਸੋਚਦੇ ਆ। ਕੋਈ ਕਹਿੰਦੇ ਵੀ ਉਹ ਅਗਲੇ ਜਿੰਨੇ ਚਿਰ ਨੂੰ ਪਾਵਰਫੁਲ ਹੁੰਦੇ ਆ ਫਿਰ ਦੁਬਾਰਾ ਉਹਨਾਂ ਨੂੰ ਢਾਹ ਲਿਆ ਜਾਂਦਾ, ਉਹਨਾਂ ਨੂੰ ਜਿਹੜਾ ਉਹ ਢਾਹ ਲਿਆ ਜਾਂਦਾ ਆ। ਬਾਕੀ ਇਦਾਂ ਆ ਜਿਹੜਾ ਜ਼ੋਰ ਵਾਲਾ ਹੁੰਦਾ ਤਾਂ 7ਵੀਂ 100 ਹੁੰਦਾ ਆ। ਇਜ਼ਰਾਈਲ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ UN ਦੀਆਂ ਰੈਜ਼ੋਲੂਸ਼ਨ ਦੇ ਉਲਟ ਉਹਨੇ ਆਪ ਵੀ ਹਥਿਆਰ ਰੱਖੇ ਆ। ਹਾਂਜੀ ਬਿਲਕੁਲ, ਪਰਮਾਣੂ ਹਥਿਆਰ ਰੱਖੇ ਆ। ਪਰ ਉਹ ਕਹਿੰਦਾ ਵੀ ਇਰਾਨ ਦੇ ਕੋਲ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਹਾਂਜੀ, ਦੁਨੀਆ ਵੀ ਇਹੀ ਕਹਿੰਦੀ ਆ, ਨਾਟੋ ਦਾ ਵੀ ਇਹੀ ਸਟਾਂਸ ਆ। ਸੋ ਇਹਦੇ ਵਿੱਚ ਇਹ ਨਹੀਂ ਆ ਵੀ ਕੋਈ ਇਰਾਨ ਦੇ ਨਾਲ ਬਹੁਤ ਘੱਟ ਮੁਲਕ ਨੇ ਜਿਹੜੇ ਉਸ ਦੇ ਹਾਮੀਦਾਰ ਨੇ। ਸਵੇਰੇ ਜਿੱਦਾਂ ਆਪਾਂ ਰਸ਼ੀਆ ਦੀ ਗੱਲ ਕੀਤੀ ਸੀ, ਚਾਈਨਾ ਵਾਲਿਆਂ ਦੀ ਵੀ ਗੱਲ ਜਿਹੜੀ ਇਸ ਦੇ ਵਿੱਚ ਨਾਲ ਹੀ ਆ ਵੀ ਇਹ ਚੀਜ਼ ਜਿਹੜੀ ਉਹ ਕੀਤੀ ਜਾ ਸਕਦੀ ਵੀ ਹਾਂ ਇਹਨਾਂ ਦੇ ਕੋਲ ਆ ਜਾਵੇ ਜਾਂ ਕਿੱਦਾਂ ਆ ਜਾਵੇ। ਪਰ ਮੈਜੋਰਟੀ ਦੁਨੀਆ ਇਸ ਚੀਜ਼ ਦੇ ਉਲਟ ਆ। ਸੋ ਇਹ ਸਿਚੁਏਸ਼ਨ ਜਿਹੜੀ ਉਹ ਇਸ ਟਾਈਮ ਡੈਫੀਨੇਟਲੀ ਬਣੀ ਪਈ ਹੈ। ਬਾਕੀ ਇਹਨਾਂ ਦੀ ਕਾਲ ਦੇ ਲਈ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਵੀ ਕੋਈ ਵਿਚਾਰ ਜਿਹੜੇ ਪੇਸ਼ ਕਰਨਾ ਚਾਹੁੰਦੇ ਆ ਤਾਂ ਕਾਲ ਕਰ ਸਕਦੇ ਹੋ। ਨੰਬਰ 408-272-5200 4082725200 ਦੇ ਉੱਤੇ ਜਿਹੜੀ ਆ ਉਹ ਕਾਲ ਜਿਹੜੀ ਉਹ ਕਰ ਸਕਦੇ ਆ ਤੇ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਜਿਹੜੇ ਤੁਸੀਂ ਕਰ ਸਕਦੇ ਹੈਗੇ ਆ। ਸੋ ਇਰਾਨ ਇਜ਼ਰਾਈਲ ਦੀ ਵਾਰ ਡੀ ਐਸਕੇਲੇਟ ਕਹਿ ਸਕਦੇ ਆ ਵੀ ਉਹ ਹੁਣ
ਹਾਂਜੀ ਉਸ ਵੱਲ ਨੂੰ ਜਿਹੜੀ ਆ ਰੈਂਪ ਆਫ ਦੇ ਉੱਤੇ ਜਿਹੜੀ ਉਹ ਆ ਗਈ ਆ, ਜੋ ਮੌਜੂਦਾ ਪ੍ਰਸਥਿਤੀਆਂ ਜਿਹੜੀਆਂ ਉਹ ਦੱਸ ਬਣ ਰਹੀਆਂ। ਚੁੱਕੀਆਂ ਸਨ। ਹੁਣ ਤੋਂ ਕੁਝ ਘੰਟਿਆਂ ਬਾਅਦ ਕੀ ਹੋ ਜੇ, ਕੱਲ ਨੂੰ ਕੀ ਹੋ ਜੇ, ਉਸ ਦਾ ਕੋਈ ਕਿਹਾ ਨਹੀਂ ਜਾ ਸਕਦਾ, ਪਰ ਮੌਜੂਦਾ ਤੌਰ ਦੇ ਉੱਤੇ ਟਰੰਪ ਹੁਣਾਂ ਦੇ ਕਹਿਣ ਦੇ ਮੁਤਾਬਕ ਜੀ ਜੀ ਸੀਜ਼ ਫਾਇਰ ਇਹਨਾਂ ਦੋਨਾਂ ਮੁਲਕਾਂ ਦੇ ਦਰਮਿਆਨ ਜਿਹੜਾ ਉਹ ਹੋਣ ਜਾ ਰਿਹਾ ਆ। CNN ਉਦਾਂ ਰਿਪੋਰਟ ਨਾਲ ਇਹ ਕਰੀ ਜਾਂਦਾ ਸੀਗਾ, ਕਹਿੰਦੇ ਵੀ ਈਰਾਨ ਕਹਿੰਦਾ ਵੀ ਸਾਨੂੰ ਕੋਈ ਵੀ ਜਿਹੜੀ ਸੀਜ਼ ਫਾਇਰ ਦੀ ਨੋਟੀਫਿਕੇਸ਼ਨ ਆ ਜਾਂ ਪ੍ਰਪੋਜ਼ਲ ਆ ਉਹ ਨਹੀਂ ਮਿਲਿਆ ਨਹੀਂ ਮਿਲਿਆ ਹੈਗਾ। ਤੇ ਪਰ ਮੋਸਟਲੀ ਇਜ਼ਰਾਈਲ ਤੇ ਈਰਾਨ ਜਿਹੜਾ ਰਿਪੋਰਟ ਕੀਤਾ ਜਾ ਰਿਹਾ, ਇਜ਼ਰਾਈਲ ਈਰਾਨ ਜਿਹੜਾ ਐਗਰੀ ਕਰ ਗਏ ਨੇ ਸੀਜ਼ ਫਾਇਰ ਦੇ ਲਈ ਟਰੰਪ ਹੁਣਾਂ ਦੇ ਕਹਿਣ ਦੇ ਮੁਤਾਬਕ। ਜੀ ਬਿਲਕੁਲ। ਸੋ ਆਪਾਂ ਇਹਦੇ ਉੱਤੇ ਜਿਹੜੀ ਗੱਲਬਾਤ ਆ ਇਸ ਜੋ ਲੰਘੇ ਦਿਨਾਂ ਦੇ ਵਿੱਚ ਘਟਨਾਵਾਂ ਵਾਪਰੀਆਂ ਜਾਂ ਇਹ ਜਿਹੜੀ ਜੰਗ ਲੱਗੀ ਇਹਦੇ ਬਾਰੇ ਆਪਾਂ ਜਾਰੀ ਰੱਖਾਂਗੇ। ਰਾਜ ਕਰਮਜੀਤ ਸਿੰਘ ਜੀ, ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਜੀ ਇਨਫੈਕਟ ਪ੍ਰਵੀਨ ਆਪਾਂ ਰੁੱਖ ਬਦਲਾਂਗੇ। ਸੁਪਰੀਮ ਕੋਰਟ ਹੁਣਾਂ ਦਾ ਇੱਕ ਬਹੁਤ ਤਗੜਾ ਜਿਹੜਾ ਉਹ ਹਾਂਜੀ ਆਰਡਰ ਆ ਗਿਆ ਆ। ਟਰੰਪ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਇੱਕ ਰਿਕੁਐਸਟ ਸੀਗੀ ਥਰਡ ਕੰਟਰੀ ਡੈਪੂਟੇਸ਼ਨ ਨੂੰ ਲੈ ਕੇ, ਉਹਨਾਂ ਨੇ ਹੁਣੇ ਜਿਹੜਾ ਇੱਕ ਫੈਸਲਾ ਸੁਣਾਇਆ ਆ। ਉਸ ਦੇ ਨਾਲ ਜਿਹੜਾ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਵੀ ਰੁੱਖ ਜਿਹੜਾ ਉਹ ਬਦਲਣ ਜਾ ਰਿਹਾ ਆ। ਸੋ ਉਹਦੀ ਆਪਾਂ ਚਰਚਾ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਇਦਾਂ ਜੁੜੇ ਰਹੋ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ। ਸੋ ਸਕੋਟਸ ਦੇ ਦੁਆਰਾ ਸੁਪਰੀਮ ਕੋਰਟ ਆਫ ਦ ਯੂਨਾਈਟਿਡ ਸਟੇਟਸ ਆਫ ਅਮਰੀਕਾ, ਉਹਨਾਂ ਦਾ ਜਿਹੜਾ ਇੱਕ ਫੈਸਲਾ ਆਇਆ ਆ ਡੈਪੂਟੇਸ਼ਨਸ ਨੂੰ ਜਿਹੜਾ ਉਹ ਲੈ ਕੇ, ਉਹ ਸੁਣਨ ਦੇ ਲਈ ਜੁੜੇ ਰਹਿਣਾ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ।
ਤੁਸੀਂ ਜੁੜੇ ਹੋਏ ਹੋ ਪੰਜਾਬੀ DSA ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਪ੍ਰਵੀਨ ਜੀ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਅੱਗੇ ਵਧਣ ਤੋਂ ਪਹਿਲਾਂ ਜੇ ਕੁਝ ਕਾਲਰ ਆਪਣੇ ਨਾਲ ਜਿਹੜੀ ਆਪਣੀ ਟਿੱਪਣੀ ਸਾਂਝੀ ਕਰਨਾ ਚਾਹੁੰਦੇ ਨੇ ਤਾਂ ਆਪਾਂ ਉਹਨਾਂ ਨੂੰ ਮੌਕਾ ਦੇਈਏ। ਵਿਚਾਰ ਜਿਹੜਾ ਸਾਂਝੇ ਕਰ ਸਕਦੇ ਹੋ 408 272 5200 4082725200। ਆਪਣੇ ਨਾਲ ਜੁੜੇ ਹੋਏ ਨੇ ਪ੍ਰੇਮਦਾਸ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ। हाँ जी, सत श्री अकाल जी। ਸਤਿ ਸ਼੍ਰੀ ਅਕਾਲ ਜੀ। सरदार साहब, जी। बेनती है जी भी जेड़ा शांति है, जेड़ी शांति पीसफुल लाइफ हुआ, चाहे किसी देश का चाहे किसी इलाके का, ਇਹਦੇ ਨਾਲ ਦੀ ਰੀਸ ਨਹੀਂ ਹੈ ਜੀ। ਦੇਖਿਆ ਜਾਵੇ ਜੀ ਵੀ ਪਿਛਲੀਆਂ ਜੇਕਰ ਅਸੀਂ ਪਿਛਲੀਆਂ ਲੜਾਈਆਂ ਤੋਂ ਕੋਈ ਸਬਕ ਸਿੱਖ ਲਵੇ, ਜਾਪਾਨ ਦੇ ਵਿੱਚ ਬੰਬ ਸਿੱਟੇ ਸੀ, ਹੀਰੋਸ਼ੀਮਾ ਨਾਗਾਸਾਕੀ ਤਬਾਹ ਹੋ ਗਏ ਸੀ, ਅਜੇ ਤੱਕ ਨਹੀਂ ਉੱਠ ਸਕੇ ਹੈ। ਸਾਨੂੰ ਜਿਹੜੀ ਪਿਛਲੀਆਂ ਘਟਨਾਵਾਂ ਤੋਂ ਪੂਰਾ ਸਬਕ ਸਿੱਖਣਾ ਚਾਹੀਦਾ, ਚੰਗੇ ਮਾਰਗ ਤੇ ਚੱਲਣਾ ਚਾਹੀਦਾ। ਲੜਾਈਆਂ 'ਚ ਕਿਸੇ ਦੀ ਖਟਣਾ ਹੈ, ਚਾਹੇ ਇਜ਼ਰਾਈਲ ਵਾ ਤਾਕਤਵਰ, ਚਾਹੇ ਇਰਾਨ ਵਾ, ਚਾਹੇ ਉਹਦੇ ਸਪੋਰਟ ਵਾ। ਜੇ ਕੋਈ ਤਾਕਤਵਰ ਦੇਸ਼ ਹੈਗਾ ਜੀ ਵੀ ਉਹਨੂੰ ਸਲਾਹ ਦੇਣੀ ਚਾਹੀਦੀ ਹੈ ਵੀ ਤੁਸੀਂ ਵੀ ਲੜੋ ਨਾ ਹੈ, ਫੈਸਲੇ ਕਰ ਲਓ ਆਪਣੇ। ਤਾਂ ਜਾਣੀ ਵੀ ਜਿਹੜਾ ਲੜਾਈ ਦੇ ਵਿੱਚ ਕੋਈ ਉਕਸਾਉਣਾ ਆ, ਭਾਗ ਲੈਣਾ ਕੋਈ ਏਦਾਂ ਠੀਕ ਨਹੀਂ ਹੁੰਦਾ ਜੀ। ਮੇਰੀ ਤਾਂ ਬੇਨਤੀ ਇਹ ਹੈ ਜੀ, ਬੜੇ ਬੜੇ ਤਾਕਤਵਰ ਦੇਸ਼ਾਂ ਸਾਰਿਆਂ ਨੂੰ ਹੀ ਚਾਹੀਦਾ ਹੈ ਕਿ ਇਹਨਾਂ ਨੂੰ ਚੁੱਪ ਕਰਾ ਲੈਣ ਦੋਹਾਂ ਤਿੰਨਾਂ ਪਾਸਿਆਂ ਨੂੰ ਜੀ। ਹਾਂਜੀ, ਧੰਨਵਾਦ ਜੀ। ਇਹੀ ਬੇਨਤੀ ਹੈ ਜੀ ਬਸ। ਠੀਕ, ਮਿਹਰਬਾਨੀ ਪ੍ਰੇਮਦਾਸ ਜੀ, ਸ਼ੁਕਰੀਆ ਜੀ। ਸ਼ਾਂਤੀ ਨਾਂ ਦੀ ਰੀਸ ਨਹੀਂ, ਪਰ ਸ਼ਾਂਤੀ ਇਹ ਤਾਂ ਦੇਖੋ ਇਹ ਮੰਨੀ ਰਾਜਨੀਤੀ ਵੀ ਹੈ ਨਾਲ ਸਾਰਾ ਕੁਛ ਹੈ, ਪਰ ਇਹ ਤੁਹਾਨੂੰ ਪਤਾ ਵੀ ਸ਼ਾਂਤੀ ਤਾਂ ਹਥਿਆਰਾਂ ਨਾਲ ਹੀ ਆਉਂਦੀ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ, ਦੋ ਰਾਵਾਂ ਨਹੀਂ। ਕੱਲੀ ਸ਼ਾਂਤੀ ਉਦਾਂ ਨਹੀਂ, ਜਿਹੜੀ ਉਹ ਰਹਿੰਦੀ ਘੱਟ ਰਹਿੰਦੀ ਹੈ ਜੀ। ਫਿਰ ਜੇ ਕੋਈ ਹਥਿਆਰ ਆ ਜਾਂਦੇ ਫਿਰ ਅਗਲਾ ਜ਼ੋਰ ਜ਼ਬਰਦਸਤੀ ਕਰਦਾ। ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਰਜਿੰਦਰ ਜੀ। ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ। ਮੇਰੇ ਇਹ ਜੀ ਦੇਖੋ, ਪਿਛਲੀ ਗੱਲ ਤੇ ਬਹੁਤ ਅੱਛਾ ਹੋਇਆ ਕਿ ਸੀਜ਼ਫਾਇਰ ਹੋ ਗਿਆ, ਇਹ ਚਾਹੀਦਾ ਸੀਗਾ। ਤੇ ਮੈਂ ਇਸ ਚੀਜ਼ ਤੇ ਵੀ ਹਾਮੀ ਭਰਦਾ ਕਿ ਹੁਣ ਇਹਨੂੰ ਪ੍ਰੈਜ਼ੀਡੈਂਟ ਟਰੰਪ ਨੂੰ ਨੋਬਲ ਪ੍ਰਾਈਜ਼ ਵਾਸਤੇ ਕੰਸੀਡਰ ਕਰਨਾ ਚਾਹੀਦਾ। ਕਿ ਮੇਕ ਇਟ ਹੈਪਨ ਕਿ ਅਗਲੇ 10-15 ਸਾਲ ਵਾਸਤੇ ਉਹਨਾਂ ਦੀ ਕਨਫਲਿਕਟ ਜਿਹੜੀ ਆ ਉਹ ਵਾਈਡ ਹੋ ਗਈ ਹੈ। ਠੀਕ ਹੈ। ਹਾਂ, ਤੇ ਮੈਂ ਇਹ ਗੱਲ ਇਹ ਕਰਾਂਗਾ ਕਿ ਜਿਹੜੀ ਚੀਜ਼ ਇਹ ਹੈ ਨਾ, ਜਿਹੜੇ ਵਾਰਲॉर्ड ਹੈ ਨਾ ਸਰ ਜੀ, ਜਿਹੜੇ ਮਿਲਟਰੀ ਕੰਟਰੈਕਟਰ 156 ਮਿਲਟਰੀ ਕੰਟਰੈਕਟਰ ਜਿਹੜੇ ਮੇਜਰ ਦੁਨੀਆ 'ਚ ਹੈਗੇ ਆ, ਉਹ ਲੌਬੀ ਕਰਦੇ ਰਹਿੰਦੇ ਆ ਵੀ ਹਰ 8-10 ਸਾਲ ਬਾਅਦ ਕਿਤੇ ਨਾ ਕਨਫਲਿਕਟ ਹੋ ਜਾਏ ਤੇ ਮੇਜਰ ਕਨਫਲਿਕਟ ਹੋ ਜਾਏ। ਫਿਰ ਉਹਨਾਂ ਦੀ ਵੈਪਨਸ ਜਿਹੜੀ ਫੈਕਟਰੀ ਆ ਜਾਂ ਉਹਨਾਂ ਦੇ ਪ੍ਰੈਸ਼ਰ ਹੁੰਦਾ ਉਹ ਜਿਹੜੇ ਸਟਾਕ ਹੋਲਡਰ ਹੈਗੇ ਉਹਨਾਂ ਦਾ, ਤੇ ਉਹ ਲੌਬੀ ਕਰਦੇ ਆ ਵੀ ਕਿਤੇ ਨਾ ਕਿਤੇ ਤੇ ਇਹ ਹੋ ਗਿਆ, ਉਹਨਾਂ ਦਾ ਕੰਮ ਹੋ ਗਿਆ ਵੀ ਉਹਨਾਂ ਦਾ ਅਗਲੇ 5-4 ਸਾਲ ਕੰਮ ਚੱਲਦਾ ਰਹੇਗਾ। ਤੇ ਪਰ ਇਹਦਾ ਜਿਹੜਾ ਅਸਰ ਹੈ ਨਾ ਉਹ ਆਪਣੀ ਪਾਕਟ ਤੇ ਪੈਂਦਾ ਜੀ। ਆਪਾਂ ਟੈਕਸ ਪੇਅਰ ਆ, ਇੰਡੀਆ 'ਚ ਵੀ ਹੈਗੇ ਆ, ਇੱਥੇ ਵੀ ਹੈਗੇ ਆ। ਤੇ ਇਹ ਅਲਟੀਮੇਟਲੀ ਜਿਹੜਾ ਖਰਚਾ ਡਿਸਟਰਕਸ਼ਨ ਹੋਣੀ ਆ, ਜਿਹੜੀ ਚੀਜ਼ ਉਹ ਪੈਸਾ ਜਿਹੜਾ ਡਿਵੈਲਪਮੈਂਟ ਵਾਸਤੇ ਲੱਗਣਾ, ਹੈਲਥ ਵਾਸਤੇ ਲੱਗਣਾ, ਐਜੂਕੇਸ਼ਨ, ਉਹ ਸਾਰਾ ਪੈਸਾ ਇੱਧਰ ਵੇਸਟ ਹੋ ਰਿਹਾ। ਇਹੀ ਮੇਰੇ ਜੀ ਬਿਲਕੁਲ। ਥੈਂਕ ਯੂ ਜੀ, ਬਹੁਤ ਧੰਨਵਾਦ ਤੁਹਾਡਾ ਹਰਜਿੰਦਰ ਜੀ। ਥੈਂਕ ਯੂ। ਦੇਖੋ ਇਹਦੇ 'ਚ ਤਾਂ ਲੜਾਈਆਂ ਤੋਂ ਤਾਂ ਇਹੀ ਹੁੰਦਾ ਜੀ, ਬਰਬਾਦੀ ਆ ਲੜਾਈਆਂ ਤੋਂ ਬਾਅਦ ਤਾਂ ਜਿਹੜਾ ਆਲਮ ਹੁੰਦਾ ਉੱਥੇ ਵਹਿਣ ਪੈਂਦੇ ਨੇ, ਲੋਕ ਮਾਰੇ ਜਾਂਦੇ ਨੇ, ਜਿਹੜਾ ਤੁਹਾਡਾ ਢਾਂਚਾ ਉਹ ਉੱਜੜ ਜਾਂਦਾ ਆ। ਅੱਜ ਗਾਜ਼ਾ ਦੇ ਹਾਲਾਤ ਦੇਖ ਲਓ, ਕੀ ਕੁਛ ਹੋਇਆ ਪਿਆ ਉੱਥੇ। ਗਾਜ਼ਾ ਦੇ ਵਿੱਚ ਆਮ ਛੱਤ ਵੀ ਨਹੀਂ ਬਚੀ ਕਈ ਥਾਵਾਂ ਦੇ ਉੱਤੇ, ਤਾਂ ਵੱਡੀ ਗਿਣਤੀ ਧਰਤੀ ਉੱਥੇ ਇਹੋ ਜਿਹੀ ਹੋ ਗਈ ਹੈ। ਭੁੱਖ ਦੇ ਲਈ ਲੋਕ ਲੜ ਰਹੇ ਨੇ ਆਪਸ ਵਿੱਚ ਤੇ ਇੱਕ ਦੂਜੇ ਦੇ ਨਾਲ, ਜਦੋਂ ਕੋਈ ਰਾਸ਼ਨ ਕੋਈ ਵੰਡਣ ਆਉਂਦਾ। ਸੋ ਜਿਵੇਂ ਆਪਾਂ ਰਾਜਕਰਨਵੀਰ ਸਿੰਘ ਜੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਚਰਚਾ ਕੀਤੀ ਸੀ ਕਿ ਆਪਾਂ ਬ੍ਰੇਕ ਤੋਂ ਪਾਰ ਗੱਲਬਾਤ ਕਰਾਂਗੇ ਸੁਪਰੀਮ ਕੋਰਟ ਦੇ ਉਸ ਫੈਸਲੇ ਦੇ ਬਾਰੇ ਜਿਹਦੇ ਵਿੱਚ ਸੌਰੀ ਮੈਂ ਵਿੱਚ ਤੁਹਾਨੂੰ ਟੋਕ ਰਿਹਾ। ਇੱਕ ਚੀਜ਼ ਮੈਂ ਜਿਹੜਾ ਉਹ ਦੱਸ ਦੇਵਾਂ, ਜਿਹੜਾ B-2 ਬੋਮਰ ਦਾ ਜਿਹੜਾ ਜਿਹੜਾ ਆਪਰੇਸ਼ਨ ਸੀਗਾ ਮਿਡਨਾਈਟ ਹੈਮਰ, ਉਹ ਅਮਰੀਕਾ ਨੂੰ, ਅਮਰੀਕਨ ਟੈਕਸਪੇਅਰ ਨੂੰ ਸਸਤਾ ਨਹੀਂ ਪੈਣਾ। ਹਾਂਜੀ ਬਿਲਕੁਲ। $2.1 ਬਿਲੀਅਨ ਦਾ ਇੱਕ ਜਹਾਜ਼ ਆਓ ਜੀ। ਠੀਕ ਹੈ। ਕੁੱਲ 125 ਜਿਹੜੇ 에ਅਰਕ੍ਰਾਫਟ ਆ ਉਹ ਡਿਪਲੋਏ ਕੀਤੇ ਗਏ ਸੀ ਇਸ ਆਪਰੇਸ਼ਨ ਮਿਡਨਾਈਟ ਜਿਹੜਾ ਹੈਮਰ ਆ ਉਸ ਨੂੰ ਸਿਰੇ ਚਾੜਨ ਦੇ ਲਈ, ਜਿਹਦੇ ਵਿੱਚ 3 ਨਿਊਕਲੀਅਰ ਸਾਈਟਸ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਗਿਆ ਆ। ਸੋ ਇਹ ਜਿਹੜਾ ਉਹ ਮੰਨਿਆ ਜਾ ਰਿਹਾ ਆ ਮਲਟੀ ਮਿਲੀਅਨ ਤੋਂ ਬਿਲੀਅਨਸ ਆਫ ਡਾਲਰ ਦੇ ਵਿੱਚ ਜਿਹੜਾ ਇਸ ਦਾ ਖਰਚਾ ਆ 100%
ਜਿਹੜਾ ਉਹ ਰਿਹਾ ਹੋਊਗਾ। ਜਿਨ੍ਹਾਂ ਦਾ ਇਹ ਜਹਾਜ਼ ਸੀਗਾ ਜੀ। ਉਹਨਾਂ ਦੇ ਸ਼ੇਅਰ ਜਿਹੜੇ ਜ਼ਰੂਰ ਵੱਧ ਗਏ ਆ। ਉਹ ਉਮੀਦਾਂ ਹੀ ਹੁੰਦੀਆਂ ਆ। ਆਬਵੀਅਸਲੀ ਕੌਨਫਲਿਕਟ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਫਾਇਦਾ ਜਿਹੜਾ ਮਿਲਟਰੀ ਕੰਪਲੈਕਸ ਜਿਹਨੂੰ ਆਖਿਆ ਜਾਂਦਾ ਆ, ਮਿਲਟਰੀ ਇੰਡਸਟਰੀਅਲ ਕੰਪਲੈਕਸ ਆ, ਉਸ ਨੂੰ ਇਸ ਦੇ ਵਿੱਚ ਡੈਫੀਨੇਟਲੀ ਹੁੰਦਾ ਆ। ਨਵੇਂ ਚਾਹੇ ਉਹ ਹਥਿਆਰ ਹੋਣ ਤੇ ਚਾਹੇ ਆਪਣਾ ਦਬਦਬਾ ਜਿਹੜਾ ਉਹ ਸ਼ੋਅ ਕਰਨ ਦੇ ਲਈ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ। ਮੈਨੂੰ ਤਾਂ ਉਸ ਵੈਸੇ ਹਾਸਾ ਸਭ ਤੋਂ ਜ਼ਿਆਦਾ ਪੁਤਿਨ ਦੀ ਸਟੇਟਮੈਂਟ ਤੇ ਆਇਆ ਸੀ, ਕਹਿੰਦਾ ਵੀ ਬਗੈਰ ਉਕਸਾਹਟ ਤੋਂ ਤੁਸੀਂ ਜਿਹੜਾ ਆ ਈਰਾਨ ਦੇ ਉੱਤੇ ਹਮਲਾ ਕਰ ਦਿੱਤਾ। ਤੇ ਭਾਈ ਆਪ ਵੀ ਦੇਖ ਤੂੰ ਉਧਰ ਕੀ ਕਰੀ ਬੈਠਾ ਆ ਕਿ ਉਧਰਲੇ ਪਾਸੇ ਜਿਹੜਾ ਉਹ ਕਹਿੰਦਾ ਯੂਕਰੇਨ ਆਪਣਾ ਉਹ ਬਗੈਰ ਉਕਸਾਹਟ, ਉਹ ਕਹਿੰਦੇ ਵੀ ਉਹਦਾ ਹਾਂ ਵੀ ਉਕਸਾਉਣ ਤੋਂ ਬਗੈਰ ਜਿਹੜਾ ਉਹ ਤੁਸੀਂ ਕਰ ਲਿਆ ਹੈਗਾ। ਸੋ ਇਹ ਜਿਹੜੀ ਚੀਜ਼ ਆ। ਅੱਛਾ, ਹੁਣ ਆਈਏ ਇੱਕ ਹੋਰ ਇੰਪੋਰਟੈਂਟ ਜਿਹੜਾ ਇਸ਼ੂ ਸੁਪਰੀਮ ਕੋਰਟ ਦਾ ਜਿਹੜਾ ਉਹ ਫੈਸਲਾ ਜੋ ਆਇਆ ਆ, ਉਸ ਉੱਤੇ ਜਿਹੜੀ ਚੀਜ਼ ਆ, ਰਾਸ਼ਟਰਪਤੀ ਟਰੰਪ ਹੋਣਾ ਨੇ ਵੀ ਟਵੀਟ ਵੀ ਆਬਵੀਅਸਲੀ ਜਿਹੜਾ ਸੋਸ਼ਲ ਦੇ ਜ਼ਰੀਏ ਜਿਹੜਾ ਉਹਨਾਂ ਨੇ ਕਰ ਦਿੱਤਾ, ਕਹਿ ਦਿੱਤਾ, ਧੰਨਵਾਦ ਕਰ ਦਿੱਤਾ, ਖਾਸ ਕਰਕੇ ਜਿਹੜੇ ਜੀ ਸੁਪਰੀਮ ਕੋਰਟ ਦਾ। ਉਹਨਾਂ ਨੇ ਜਿਹੜਾ ਉਹ ਕਿਹਾ ਵੀ ਅਸੀਂ ਧੰਨਵਾਦ ਕਰਦੇ ਹਾਂ ਹੁਣ ਜਿਹੜੇ ਸੁਪਰੀਮ ਕੋਰਟ ਦਾ, ਵੀ ਉਹਨਾਂ ਨੇ ਸਾਨੂੰ ਜਿਹੜੀਆਂ ਡੈਪੂਟੇਸ਼ਨਸ ਆ ਉਹ ਬੇਸਿਕਲੀ ਕਰਨ ਦੇ ਲਈ ਥਰਡ ਕੰਟਰੀਜ਼ ਦੇ ਵਿੱਚ, ਯਾਨੀ ਕਿ ਤੀਜੇ ਕਿਸੇ ਮੁਲਕ ਦੇ ਵਿੱਚ, ਵੀ ਅਮਰੀਕਾ ਬੰਦਾ ਕਿਸੇ ਹੋਰ ਮੁਲਕ ਦਾ ਫੜਿਆ ਤੇ ਛੱਡਣਾ ਕਿਸੇ ਹੋਰ ਮੁਲਕ 'ਚ। ਸੋ ਥਰਡ ਕੰਟਰੀ ਡੈਪੂਟੇਸ਼ਨ ਨੂੰ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਆਗਿਆ ਜਿਹੜੀ ਉਹ ਦੇ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਸੁਪਰੀਮ ਕੋਰਟ ਨੇ ਅਲਾਉ ਕਰ ਦਿੱਤਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਉਹ ਉਹਨਾਂ ਲੋਕਾਂ ਨੂੰ ਮਾਈਗ੍ਰੈਂਟਸ ਨੂੰ ਡਿਪੋਰਟ ਕਰ ਸਕਦੇ ਆ ਉਹਨਾਂ ਮੁਲਕਾਂ 'ਚ ਜਿੱਥੋਂ ਦੇ ਉਹ ਵਸਨੀਕ ਵੀ ਨਹੀਂ ਹੈਗੇ। ਸੋ ਇਹ ਜਿਹੜਾ ਸੁਪਰੀਮ ਕੋਰਟ ਆ ਉਹਨਾਂ ਨੇ ਹੁਣ ਆਗਿਆ ਜਿਹੜੀ ਉਹ ਦੇ ਦਿੱਤੀ ਆ, ਚਾਹੇ ਉਹ ਸਾਊਥ ਸੁਡਾਨ ਆ, ਚਾਹੇ ਉਹ ਅਲ ਸਲਵਾਡੋਰ ਆ, ਚਾਹੇ ਉਹ ਪੈਨਮਾ ਆ, ਤੇ ਚਾਹੇ ਕੋਈ ਹੋਰ ਆ, ਉਹਨਾਂ ਥਾਵਾਂ ਦੇ ਉੱਤੇ ਜਿਹੜਾ ਆ ਇਹਨਾਂ ਲੋਕਾਂ ਨੂੰ ਹੁਣ ਘੱਲਿਆ ਜਾ ਸਕਦਾ ਹੈਗਾ ਆ। ਜੀ ਬਿਲਕੁਲ। ਸੋ ਇਹਦੇ 'ਚ ਇਹ ਵੀ ਚਰਚਾ ਹੋਈ ਸੀ ਵੀ ਜਿਹੜੇ ਲੋਕ ਉੱਥੇ ਭੇਜੇ ਜਾਂਦੇ ਨੇ ਉਹਨਾਂ ਨੂੰ ਟੌਰਚਰ ਹੋ ਸਕਦਾ, ਉਹਨਾਂ ਦੀ ਡੈਥ ਹੋ ਸਕਦੀ ਹੈ, ਜਾਂ ਜਿਹੜੇ ਵੀ ਕੰਟਰੀਜ਼ ਦੇ ਵਿੱਚ ਉਹ ਕਿਸੇ ਤਰੀਕੇ ਨਾਲ ਉਹਨਾਂ ਨੂੰ ਖਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ। ਪਰ ਫਿਰ ਵੀ ਇਹ ਬਰੀਫ ਅਨਸਾਈਨਡ ਜਿਹੜਾ ਆਰਡਰ ਦੱਸਿਆ ਗਿਆ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਥਰਡ ਕੰਟਰੀਜ਼ ਵਾਲਾ ਜਿਹੜਾ ਰੂਲ ਆ ਉਹਦੇ ਲਈ ਹਰੀ ਝੰਡੀ ਜਿਹੜੀ ਸੁਪਰੀਮ ਕੋਰਟ ਨੇ ਦੇ ਦਿੱਤੀ ਆ। ਆਪਾਂ ਦੇਖਿਆ ਸੀਗਾ ਵੀ ਜਦੋਂ ਲੋਕਾਂ ਨੂੰ ਐਲ ਸਲਵਾਡੋਰ ਭੇਜਿਆ ਗਿਆ ਸੀ ਤਾਂ ਅਮਰੀਕਾ ਦੇ ਵਿੱਚ ਵੱਡੀ ਪੱਧਰ ਤੇ ਰੋਸ ਮੁਜ਼ਾਹਰੇ ਵੀ ਹੋਏ ਸੀ। ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀਗਾ ਵੀ ਇਸ ਤਰ੍ਹਾਂ ਦੀਆਂ ਅਣਸੁਰੱਖਿਅਤ ਥਾਵਾਂ ਦੇ ਉੱਤੇ ਤੁਸੀਂ ਲੋਕਾਂ ਨੂੰ ਭੇਜ ਰਹੇ ਹੋ ਤਾਂ ਇਹ ਕੋਈ ਚੰਗੀ ਗੱਲ ਨਹੀਂ ਹੈ। ਤੇ ਬਹੁਤ ਸਾਰੇ ਦੇਖੋ, ਇਹ ਇੱਕ ਜਿਹੜਾ ਸਿਹਤਮੰਦ ਮੁਆਸ਼ਰੇ ਦੀ ਇਹੀ ਇੱਕ ਨਿਸ਼ਾਨੀ ਹੁੰਦੀ ਹੈ ਵੀ ਲੋਕ ਆਪਣੀ ਆਵਾਜ਼ ਵੀ ਚੁੱਕਦੇ ਨੇ ਗਲਤ ਕੰਮਾਂ ਦੇ ਵਿਰੁੱਧ। ਲੋਕ ਕਹਿੰਦੇ ਨੇ ਵੀ ਇਹ ਜਿਹੜਾ ਮਨੁੱਖਤਾ ਦੇ ਲਈ ਵੀ ਇਹ ਕੋਈ ਚੰਗੀ ਗੱਲ ਨਹੀਂ ਹੈ। ਜੇ ਆਪਾਂ ਮਨੁੱਖੀ ਐਂਗਲ ਤੋਂ ਦੇਖਿਆ ਜਾਵੇ ਕਿ ਬੰਦਾ ਕਿਸੇ ਹੋਰ ਦੇਸ਼ ਦਾ ਤੁਹਾਡੇ ਦੇਸ਼ ਦੇ ਵਿੱਚ ਗਿਆ, ਤੁਸੀਂ ਉਹਨੂੰ ਨਹੀਂ ਰੱਖਣਾ ਚਾਹੁੰਦੇ ਤੇ ਘੱਟੋ ਘੱਟ ਉਹ ਕਹਿੰਦੇ ਵੀ ਅਮਰੀਕਨ ਵੈਲਿਊਜ਼ ਦੇ ਅਕੋਰਡਿੰਗ ਉਹਨੂੰ ਉਹਦੇ ਦੇਸ਼ ਦੇ ਵਿੱਚ ਜ਼ਰੂਰ ਪਹੁੰਚਦਾ ਕਰੋ। ਇਹ ਨਾ ਹੋਵੇ ਕਿ ਉਹਨੂੰ ਖਤਰਨਾਕ ਜੇਲ੍ਹ ਦੇ ਵਿੱਚ ਛੱਡ ਦਿਓ, ਕਿਉਂਕਿ ਆਪਾਂ ਜਿਹੜੀਆਂ ਜੇਲ੍ਹਾਂ ਦਾ ਜਾਂ ਜਿਹੜੇ ਦੇਸ਼ਾਂ ਦਾ ਜ਼ਿਕਰ ਕੀਤਾ ਉਸ ਤੋਂ ਲੋਕ ਭੱਜ ਕੇ ਆ ਰਹੇ ਨੇ। ਅਮਰੀਕਾ ਦੇ ਵਿੱਚ ਸ਼ਰਨ ਲੈਣ ਦੇ ਲਈ ਆਉਂਦੇ ਨੇ, ਉਹ ਇੱਥੇ ਆ ਕੇ ਉਹ ਅਸਾਈਲਮ ਮੰਗਦੇ ਨੇ ਕਿ ਸਾਨੂੰ ਵੀ ਉੱਥੋਂ ਗੈਂਗਸ ਤੋਂ ਖਤਰਾ ਹੈ, ਉੱਥੇ ਜਿਹੜੀ ਪੋਲੀਟੀਕਲ ਲਾਈਨ ਆ ਉਹ ਬਹੁਤ ਖਤਰਨਾਕ ਹੋ ਚੁੱਕੀ ਆ। ਸੋ ਇਹ ਸਾਰੀਆਂ ਚੀਜ਼ਾਂ ਨੇ, ਪਰ ਇਹਦੇ ਨਾਲ ਟਰੰਪ ਪ੍ਰਸ਼ਾਸਨ ਨੂੰ ਇੱਕ ਜਿਹੜਾ ਐਜ ਆ ਉਹ ਜ਼ਰੂਰ ਮਿਲ ਗਿਆ ਡਿਪੂਟੇਸ਼ਨ। ਕਹਿੰਦੇ ਵੀ ਫਾਇਰ ਅਪ ਦਾ ਡਿਪੂਟੇਸ਼ਨ ਪਲੇਨ ਕਰ ਲੋ ਚਾਲੂ, ਜਹਾਜ਼ ਜਿਹੜੇ ਉਹ ਔਨ ਕਰ ਲੋ। ਤੇ ਲੋਕ ਜਿਹੜੇ ਰਿਮੂਵਲ ਪ੍ਰੋਸੀਡਿੰਗਸ ਦੇ ਵਿੱਚ ਇਸ ਗੱਲੋਂ ਫਸੇ ਪਏ ਆ ਵੀ ਇਸ ਗੱਲੋਂ ਰੁਕਣਾ ਪਿਆ ਆ, ਟਰੰਪ ਐਡਮਿਨਿਸਟ੍ਰੇਸ਼ਨ ਨੂੰ ਰੁਕਣਾ ਪਿਆ ਸੀਗਾ ਵੀ ਸਾਨੂੰ ਅਦਾਲਤ ਨੇ ਰੋਕਿਆ ਹੋਇਆ ਵੀ ਬੰਦੇ ਅਸੀਂ ਤੀਜੇ ਮੁਲਕ 'ਚ ਛੱਡ ਨਹੀਂ ਸਕਦੇ। ਹੁਣ ਕਹਿੰਦੇ ਆ ਵੀ ਤੁਸੀਂ ਜਿਹੜਾ ਆ ਉਹ ਚੱਕ ਸਕਦੇ ਆ। ਜਿਹੜਾ ਸੁਪਰੀਮ ਕੋਰਟ ਆ ਉਹਨਾਂ ਨੇ ਜੋ ਇੰਜੰਕਸ਼ਨ ਲਾਇਆ ਗਿਆ ਸੀ ਫੈਡਰਲ ਡਿਸਟ੍ਰਿਕਟ ਕੋਰਟ ਜੱਜ ਦੇ ਦੁਆਰਾ ਇਸ ਪ੍ਰੈਕਟਿਸ ਨੂੰ ਬਲੌਕ ਕਰਨ ਦੇ ਲਈ, ਉਸ ਦੇ ਜਿਹੜਾ ਆ ਉਹ ਇੰਜੰਕਸ਼ਨ ਨੂੰ ਚੁੱਕ ਦਿੱਤਾ ਆ। ਇਹ ਆਰਜੀ ਤੌਰ ਦੇ ਉੱਤੇ ਆ ਤੇ ਸੁਪਰੀਮ ਕੋਰਟ ਨੇ 5-3 ਦੇ ਨਾਲ ਇਸ ਦੇ ਹੱਕ ਦੇ ਵਿੱਚ ਜਿਹੜਾ 6-3 ਦੇ ਨਾਲ ਇਹ ਫੈਸਲਾ ਜਿਹੜਾ ਉਹ ਦਿੱਤਾ ਆ। ਜਿਹੜਾ ਅਪਰੂਵਲ ਦਿੱਤਾ ਆ ਉਹਦੇ ਲਈ ਅਦਾਲਤ ਨੇ ਲਿਖ ਕੇ ਨਹੀਂ ਦੱਸਿਆ ਵੀ ਕਿਉਂ ਇਹ ਕਰ ਰਹੇ ਆ, ਪਰ ਜਿਹੜਾ ਡਿਸੈਂਟ ਆ ਉਹ ਜਿਹੜੇ 3 ਲਿਬਰਲ ਜਸਟਿਸ ਜਿਹੜੇ ਮੰਨੇ ਜਾਂਦੇ ਨੇ ਉਹਨਾਂ ਨੇ ਇਸ ਦੇ ਉਲਟ ਜਿਹੜਾ ਡਿਸੈਂਟ ਕੀਤਾ ਆ। ਉਹ ਕਹਿੰਦੇ ਵੀ ਇਹ ਬੇਸਿਕਲੀ ਜਿਹੜੀ ਕੋਰਟ ਦੀ ਭਾਵਨਾ ਆ ਉਸ ਦੇ ਉਲਟ ਹੈਗਾ ਆ, ਵੀ ਕੋਰਟ ਨੂੰ ਜਿਹੜੇ ਅਖਤਿਆਰ ਦਿੱਤੇ ਹੈਗੇ ਆ ਜੁਡੀਸ਼ੀਅਲ ਬ੍ਰਾਂਚ ਨੂੰ ਵੀ ਉਹ ਇਸ ਤਰੀਕੇ ਦੇ ਨਾਲ ਤੁਸੀਂ ਰੋਕ ਨਹੀਂ ਸਕਦੇ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਸੀਗਾ ਵੀ ਜਿਹੜਾ ਫੈਡਰਲ ਜੱਜ ਆ ਉਹਦੇ ਕੋਲ ਅਖਤਿਆਰ ਨਹੀਂ
ਇਹ ਹੋਣਾ ਚਾਹੀਦਾ ਵੀ ਉਹ ਪੂਰੇ ਦੇ ਪੂਰੇ ਮੁਲਕ ਦੇ ਵਿੱਚ ਜਿਹੜੀਆਂ ਇਸ ਤਰੀਕੇ ਦੀਆਂ ਇੰਜੰਕਸ਼ਨਸ ਜਿਹੜੀਆਂ ਉਹ ਲਾ ਸਕੇ। ਸੋ ਕਹਿੰਦੇ ਵੀ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਤੇਜ਼ੀ ਦੇ ਨਾਲ ਜਿਹੜੀਆਂ ਡੈਪੂਟੇਸ਼ਨਸ ਆ ਜਿਹੜੀਆਂ ਸਰਟਨ ਇਮੀਗ੍ਰੈਂਟਸ ਦੀ, ਸਾਰਿਆਂ ਦੀਆਂ ਤਾਂ ਨਹੀਂ ਓਬਵੀਅਸਲੀ, ਉਹਨਾਂ ਨੂੰ ਜਿਹੜਾ ਹੁਣ ਵਿਦਆਊਟ ਐਨੀ ਐਡਵਾਂਸਡ ਵਾਰਨਿੰਗ ਤੇ ਜਾਂ ਉਹਨਾਂ ਨੂੰ ਚੈਲੰਜ ਕੀਤੇ ਬਗੈਰ ਉਹਨਾਂ ਦੀਆਂ ਜਿਹੜੀਆਂ ਡੈਪੂਟੇਸ਼ਨਸ ਆ ਉਹ ਉਹਨਾਂ ਨੂੰ ਕਰ ਸਕਦਾ ਆ। ਮੈਸੇਚਿਊਸਟ ਦੇ ਫੈਡਰਲ ਡਿਸਟ੍ਰਿਕਟ ਕੋਰਟ ਜੱਜ ਆ, ਉਹਨਾਂ ਨੇ ਇਹ ਜਿਹੜੀ ਇੰਜੰਕਸ਼ਨ ਲਗਾਈ ਹੋਈ ਸੀਗੀ ਉਸ ਨੂੰ ਜਿਹੜਾ ਹੁਣ ਜਿਹੜੇ ਸੁਪਰੀਮ ਕੋਰਟ ਆਫ USA ਆ ਉਹਨਾਂ ਨੇ ਜਿਹੜਾ ਉਹ ਉਠਾ ਦਿੱਤਾ ਆ, ਲਾ ਦਿੱਤਾ ਆ। ਤੇ ਜਿਹੜੀ ਜਸਟਿਸ ਸੋਨੀਆ ਸੋਟੋਮੇਯੋਰ ਜਿਨ੍ਹਾਂ ਨੇ ਡਿਸੈਂਟ ਲਿਖਿਆ ਆ, ਸਕੇਦਿੰਗ ਡਿਸੈਂਟ ਜਿਹੜੇ ਕਹਿੰਦੇ ਵੀ ਉਹ ਲਿਖਿਆ ਆ, ਕਹਿੰਦੇ ਵੀ ਮੈਂ ਇਸ ਅਬਿਊਜ਼ ਆਫ ਕੋਰਟਸ ਇਕੁਇਟੇਬਲ ਡਿਸਕ੍ਰੈਸ਼ਨ ਦੇ ਉਲਟ ਮੈਂ ਇਸ ਨੂੰ ਜੁਆਇਨ ਨਹੀਂ ਕਰ ਸਕਦੀ। ਇਹ ਬਹੁਤ ਖਤਰਨਾਕ ਜਿਹੜੀ ਉਹ ਚੀਜ਼ ਆ ਉਹ ਚੱਲ ਰਹੀ ਆ। ਅਸਿਸਟੈਂਟ ਜਿਹੜੇ ਡਿਪਟੀ ਹੈਗੇ ਨੇ ਸੈਕਟਰੀ ਆਫ ਹੋਮਲੈਂਡ ਸਿਕਿਉਰਿਟੀ ਦੇ ਟ੍ਰੀਸ਼ੀਆ ਮੈਕਲੌਫਲਿਨ, ਉਹਨਾਂ ਨੇ ਨਾਲ ਹੀ ਟਵੀਟ ਕਰ ਦਿੱਤਾ। ਸੋ ਇੰਨੇ ਹੰਕਾਰੇ ਵੀ ਆ ਨਾਲ ਦੇ ਨਾਲ, ਫਾਇਰ ਅਪ ਦਾ ਡੈਪੂਟੇਸ਼ਨ ਪਲੇਨ ਵੀ ਹੁਣ ਪਲੇਨਾਂ ਨੂੰ ਜਿਹੜਾ ਉਹ ਔਨ ਕਰ ਦਿਓ, ਇੰਜਨ ਕਰੋ ਸਟਾਰਟ, ਵੀ ਆਪਾਂ ਜਿਹੜੇ ਉਹ ਲੋਕਾਂ ਨੂੰ ਜਿਹੜਾ ਹੁਣ ਡਿਪੋਰਟ ਥਰਡ ਕੰਟਰੀਜ਼ ਦੇ ਵਿੱਚ ਵੀ ਜਿਹੜਾ ਉਹ ਕਰ ਸਕਦੇ ਹੈਗੇ। ਹਾਂਜੀ ਬਿਲਕੁਲ। ਤਿਲੰਗੇ ਦਿਨੀ ਜਦੋਂ ਟਰੰਪ ਨੇ ਬਿਆਨ ਦਿੱਤਾ ਸੀਗਾ ਕਿ ਜਿਹੜੇ ਛਾਪੇਮਾਰੀ ਜਿਹੜੀਆਂ ਰੇਡਾਂ ਜਿਹੜੀਆਂ ਨੇ ਉਹ ਇਹਨਾਂ ਥਾਵਾਂ ਤੇ ਨਹੀਂ ਹੋਣੀਆਂ, ਬਾਅਦ ਦੇ ਵਿੱਚ ਉਹਨਾਂ ਨੇ ਯੂ ਟਰਨ ਮਾਰਿਆ ਸੀ ਉਸ ਬਿਆਨ ਤੋਂ ਬਾਅਦ, ਤਾਂ ਜ਼ਾਹਰ ਜੀ ਗੱਲ ਹੈ ਕਿ ਹੁਣ ਜਿਹੜੀਆਂ ਰੇਡਸ ਹੋਣਗੀਆਂ ਜਾਂ ਜਿਹੜਾ ਇਮੀਗ੍ਰੇਸ਼ਨ ਕ੍ਰੈਕਡਾਊਨ ਆ ਉਹਦੇ ਵਿੱਚ ਵੀ ਤੇਜ਼ੀ ਲਿਆਉਣਗੇ ਇਹ, ਕਿਉਂਕਿ ਜਦੋਂ ਆਪਾਂ ਨੂੰ ਪਤਾ ਵੀ ਜਦੋਂ ਇੱਕ ਜਿਹੜੀ ਦਰਵਾਜ਼ਾ ਖੁੱਲ ਜਾਂਦਾ ਇਹਨਾਂ ਦੇ ਲਈ, ਦਰਵਾਜ਼ਾ ਖੁੱਲ ਗਿਆ। ਅੱਗੇ ਇਹਨਾਂ ਨੂੰ ਇਹ ਸੀਗਾ ਵੀ ਹੁਣ ਡਿਟੇਨ ਕਰਕੇ ਰੱਖਾਂਗੇ ਕਿੱਥੇ, ਅਜੇ ਤਾਂ ਵੀ ਨਹੀਂ ਸੀ ਹਟਦੇ, ਤਾਂ ਵੀ ਮਤਲਬ ਪੂਰੇ ਜੋਰ ਸ਼ੋਰਾਂ ਦੇ ਨਾਲ ਇਹਨਾਂ ਦਾ ਜਿਹੜਾ ਉਹ ਕੰਮ ਚੱਲ ਰਿਹਾ ਸੀ, ਚਾਹੇ ਵਿਰੋਧ ਵੀ ਕਰ ਰਹੇ ਆ ਲੋਕ, ਕੁਝ ਲੋਕ ਹੱਕ 'ਚ ਨੇ, ਕੁਝ ਵਿਰੋਧ 'ਚ ਨੇ, ਉਹ ਸਾਰਾ ਕੁਛ ਹੀ ਆ ਨਾਲ ਦੇ ਨਾਲ। ਪਰ ਇਹ ਆ ਵੀ ਹੁਣ ਉਹਨਾਂ ਨੂੰ ਮੌਕਾ ਮਿਲ ਜੂਗਾ, ਜਿਹੜੇ ਲੋਕਾਂ ਨੂੰ ਇਹ ਡਿਪੋਰਟ ਕਰ ਸਕਦੇ ਹੋਣਗੇ ਥਰਡ ਕੰਟਰੀਜ਼ ਦੇ ਵਿੱਚ, ਉਹਨਾਂ ਦੇ ਲਈ ਜਿਹੜਾ ਹੁਣ ਕਾਫੀ ਜਿਹੜਾ ਇੱਕ ਕਹਿ ਸਕਦੇ ਆ ਵੀ ਖਤਰਨਾਕ ਸਮਾਂ ਜਿਹੜਾ ਉਹ ਆਊਗਾ। ਜੇ ਸੁਣਵਾਈ ਨਹੀਂ ਹੋ ਸਕੂਗੀ ਬਗੈਰ ਉਹਨਾਂ ਨੂੰ ਡਿਊ ਪ੍ਰੋਸੈਸ ਤੋਂ, ਕਿਉਂਕਿ ਰੌਲਾ ਸਭ ਤੋਂ ਵੱਡਾ ਇਸ ਚੀਜ਼ ਦਾ ਵੀ ਡਿਊ ਪ੍ਰੋਸੈਸ ਦਾ ਮੌਕਾ ਜਿਹੜਾ ਉਹ ਨਹੀਂ ਮਿਲ ਰਿਹਾ, ਤੇ ਉਸ ਚੀਜ਼ ਨੂੰ ਲੈ ਕੇ ਜਿਹੜਾ ਇਸ ਟਾਈਮ ਮਸਲਾ ਆ ਉਹ ਬਣਿਆ ਪਿਆ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਇਮੀਗ੍ਰੇਸ਼ਨ ਬਹੁਤ ਵੱਡਾ ਮੁੱਦਾ ਸੀ ਰਾਜ ਕਰਨਵੀਰ ਸਿੰਘ ਜੀ ਇਲੈਕਸ਼ਨਸ ਦੇ ਵਿੱਚ, ਤੇ ਲੋਕਾਂ ਦੇ ਸੈਂਟੀਮੈਂਟ ਵੀ ਜੁੜੇ ਹੋਏ ਨੇ। ਟਰੰਪ ਜਿਸ ਤਰੀਕੇ ਦੇ ਨਾਲ ਐਕਸ਼ਨ ਕਰ ਰਹੇ ਨੇ, ਉਹਨਾਂ ਐਕਸ਼ਨਸ ਨੂੰ ਸਹਿਮਤੀ ਆ ਉਹਨਾਂ ਦੀ, ਲੋਕਾਂ ਵੱਡੀ ਗਿਣਤੀ ਦੇ ਵਿੱਚ ਸਹਿਮਤੀ ਆ, ਪਰ ਚਲੋ ਸਦਕੇ ਜਾਈਏ ਉਹਨਾਂ ਲੋਕਾਂ ਦੇ ਜਿਹੜੇ ਐਡਵੋਕੇਸੀ ਕਰ ਰਹੇ ਨੇ। ਆਪਾਂ ਲੰਘੇ ਦਿਨੀ ਇੱਕ ਸਿੱਖ ਨੌਜਵਾਨ ਦੇ ਬਾਰੇ ਵੀ ਪੋਸਟ ਜਿਹੜੀ ਸ਼ੇਅਰ ਕੀਤੀ ਸੀ, ਉਹਦੇ ਵਿੱਚ ਇੱਕ ਉਹ ਮੂਲ ਦਾ ਬੰਦਾ ਜਿਹੜਾ ਸ਼ਾਇਦ ਉਹਨੂੰ ਜਾਣਦਾ ਵੀ ਨਾ ਹੋਵੇ, ਜਿਹਨੇ ਸ਼ਾਇਦ ਉਹ ਪਹਿਲਾਂ ਉਹਨੂੰ ਮਿਲਿਆ ਵੀ ਨਾ ਹੋਵੇ, ਪਰ ਉਹਦੀ ਲੜਾਈ ਲੜਦਾ ਨਜ਼ਰ ਆ ਰਿਹਾ, ਆਵਾਜ਼ ਉਹਦੀ ਆਵਾਜ਼ ਚੱਕਦਾ ਨਜ਼ਰ ਆ ਰਿਹਾ। ਸੋ ਇਸ ਤਰ੍ਹਾਂ ਦੀ ਜਿਹੜੇ ਸੰਘਰਸ਼ ਆ ਉਹ ਸਮਾਜ ਦੇ ਵਿੱਚੋਂ ਖਤਮ ਨਹੀਂ ਹੋਣਾ ਚਾਹੀਦਾ। ਦੇਖੋ ਕ੍ਰਿਮੀਨਲਸ ਨੂੰ ਤਾਂ ਲੋਕੀ ਚੱਕਣ ਦੇ ਲਈ ਪੱਬਾਂ ਭਾਰੀਆਂ, ਉਹਦੇ ਵਿੱਚ ਤਾਂ ਸਾਰੇ ਜਾਣੇ ਉਹਨਾਂ ਦੇ ਨਾਲ ਨੇ, ਉਹਦੇ ਵਿੱਚ ਇੱਕ ਰਾਏ, ਉਹਦੇ ਵਿੱਚ ਕੋਈ ਦੋ ਮਤ ਨਹੀਂ ਹੈ ਲੋਕਾਂ ਦੀ ਵੀ ਹਾਂ ਜੀ ਇਹ ਨਹੀਂ ਕ੍ਰਿਮੀਨਲ ਨੂੰ ਇੱਥੇ ਰੱਖਣਾ ਚਾਹੀਦਾ। ਕੋਈ ਵੀ ਜਾਣਾ ਆਪਣੇ ਸਮਾਜ ਦੇ ਵਿੱਚ ਕ੍ਰਿਮੀਨਲ ਨੂੰ ਪਸੰਦ ਨਹੀਂ ਕਰਦਾ, ਤੇ ਹੋਣੇ ਵੀ ਨਹੀਂ ਚਾਹੀਦੇ, ਉਹਦਾ ਫਾਇਦਾ ਹੀ ਕੀ ਆ? ਉਹਦਾ ਸੇਕ ਲੱਗਦਾ ਜੀ ਕਿਸੇ ਨਾ ਕਿਸੇ ਤਰੀਕੇ ਨਾਲ, ਤੁਸੀਂ ਵੀ ਉਹਦੇ ਸ਼ਿਕਾਰ ਹੋ ਜਾਂਦੇ, ਹੋਣਾ ਹੀ ਹੋਣਾ ਆ। ਤੁਸੀਂ ਜਦੋਂ ਤੁਹਾਡਾ ਬੱਚਾ ਤੁਸੀਂ ਬਿਲਕੁਲ ਸੜਕ ਤੋਂ ਬਾਹਰ ਨਿਕਲੋ, ਕੀ ਪਤਾ ਉਹਨੇ ਕਿੱਥੇ ਖੜਾ ਹੋਣਾ, ਕੀ ਪਤਾ ਉਹਨੇ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ, ਉਹਨੇ ਸਕੂਲ 'ਚ ਗਨ ਚੱਕ ਕੇ ਲੈ ਕੇ ਜਾਣਾ, ਉਹਨੇ ਕਿੱਥੇ ਜਾਣਾ, ਉਹਨੇ ਤੁਹਾਡੇ ਮੋਢੇ ਤੇ ਆ ਕੇ ਖੜੇ ਹੋ ਜਾਣਾ, ਤੁਹਾਡੀ ਛਾਤੀ ਤੇ ਆ ਕੇ ਤਾਣ ਦੇਣੀ, ਉਹਦਾ ਨਹੀਂ ਕੋਈ ਪਤਾ। ਉਹ ਨਾ ਹੀ ਉਹ ਜੇ ਇੱਕ ਸਮਗਲਰ ਆ, ਉਹਨੇ ਕੋਈ ਪਤਾ ਨਹੀਂ ਕੱਲ ਨੂੰ ਤੁਹਾਡੇ ਨਸ਼ਾ ਵੇਚਣਾ ਜਦੋਂ ਦਾ, ਉਹਨਾਂ ਨੇ ਇਹ ਥੋੜੀ ਪੁੱਛ ਕੇ ਵੇਖਣਾ ਵੀ ਇਹਨਾਂ ਦੇ ਨਿਆਣੇ ਨੂੰ ਨਹੀਂ ਦੇਣਾ, ਇਹਦੇ ਨਾਲ ਲਿਹਾਜ਼ ਕਰਦੇ ਨੇ, ਇਹਨਾਂ ਦੇ ਲਿਹਾਜ਼ ਕਰਦੇ ਉਹਦਾ ਪੈਸਾ ਮਨੀ ਮੇਕਿੰਗ ਉਹਨਾਂ ਨੇ ਕਰਨਾ। ਉਹ ਬੰਦੇ ਚਾਹੀਦੇ ਵੀ ਤੇ ਹੋਣੇ ਵੀ ਨਹੀਂ ਚਾਹੀਦੇ, ਡਸ ਨਾਟ ਮੈਟਰ ਕਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ, ਚਾਹੇ ਉਹ ਆਪਣੀ ਆ ਚਾਹੇ ਉਹ ਕਿਸੇ ਦੀ ਆ। ਸੋ ਉਹ ਗੰਦ ਤਾਂ ਜਿਹੜਾ ਉਹ ਨਿਕਲਣਾ ਹੀ ਚਾਹੀਦਾ ਆ। ਪਰ ਇਹ ਵੀ ਉਹਦੇ ਚੱਕਰ ਦੇ ਵਿੱਚ ਜਿਹੜੇ ਆਮ ਲੋਕ ਵੀ ਆ ਨਾ, ਉਹ ਪਿਸ ਰਹੇ ਆ। ਹਾਂ, ਲੋਕ ਕਹਿ ਦਿੰਦੇ ਲੈ ਉਹ ਤਾਂ ਸੀਗਾ ਤਾਂ ਅਨਡਾਕੂਮੈਂਟਡ ਹੀ ਨਾ, ਪਰ ਇਹ ਆ ਵੀ ਹਾਂਜੀ ਉਹੀ ਚੀਜ਼ ਜਿਹੜੀ ਚੱਲ ਰਹੀ ਆ। ਹੁਣ ਇੱਕ ਉਹ ਬੰਦੇ ਦਾ ਬਹੁਤ ਰੌਲਾ ਪੈ ਰਿਹਾ, ਇੱਕ ਗਾਰਡਨਰ ਸੀਗਾ ਉਹਨੂੰ ਜਿਹੜਾ ਉਹ ਚੱਕਿਆ, ਧੱਕਾ ਮੁੱਕੀ ਵੀ ਕੀਤੀ, ਲੱਤਾਂ ਬਾਹਾਂ ਵੀ ਮਾਰੀਆਂ, ਉਹਦੇ 3 ਮੁੰਡੇ 3 ਮਰੀਜ਼ ਆ। ਹੁਣ ਉਹ ਕਹਿੰਦੇ ਯਾਰ ਇਹ ਤਾਂ ਹੁਣ ਧੱਕਾ ਹੀ ਆ ਨਾ, ਚਲੋ ਚਾਹੇ ਉਹ ਅਨਡਾਕੂਮੈਂਟਡ ਜਿਹੜਾ ਉਹ ਸੀਗਾ, ਪਰ ਅਮਰੀਕਾ ਨੂੰ ਸਰਵ ਵੀ ਜਿਹੜਾ ਉਹ ਨਾਲ ਕਰ ਰਿਹਾ। ਸੋ ਕਿਤੇ ਲਿਹਾਜ਼ ਜਿਹੜਾ ਉਹ ਨਹੀਂ ਆ, ਅਮਰੀਕਨ ਸਿਟੀਜ਼ਨ ਵੀ ਚੱਕ ਹੋ ਜਾਂਦੇ ਆ, ਗ੍ਰੀਨ ਕਾਰਡ ਹੋਲਡਰ ਵੀ ਚੱਕ ਹੋ ਜਾਂਦੇ ਆ। ਸੋ ਇਹ ਚੀਜ਼ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ। ਆਪਣਾ ਕਾਗਜ਼ ਪੱਤਰ ਭਾਈ ਪ੍ਰੋਪਰ ਰੱਖੋ, ਤੇ ਜਿੱਥੇ ਧੱਕਾ ਹੋ ਰਿਹਾ, ਮਾੜਾ ਹੋ ਰਿਹਾ, ਉਹ ਤਾਂ ਚੀਜ਼ ਜਿਹੜੀ ਆ ਉਹ ਗਲਤੀ ਆ।
ਪੁਲਿਸ ਵਾਲਿਆਂ ਦੇ ਦੁਆਰਾ ਆਪਣੇ ਆਪ ਨੂੰ ਰੈਕੋਗਨਾਈਜ਼ ਨਾ ਕਰਨਾ, ਮੂੰਹ ਦੇ ਉੱਤੇ ਜਿਹੜਾ ਨਕਾਬ ਪਾ ਕੇ ਜਿਹੜਾ ਉਹ ਉਸ ਤਰੀਕੇ ਨਾਲ ਜਿਹੜਾ ਉਹ ਕਰਨਾ, ਉਹ ਵੀ ਲੋਕਾਂ ਨੂੰ ਜਿਹੜਾ ਉਹ ਗਲਤ ਲੱਗਦਾ ਆ। ਇੱਕ ਪਾਸੇ ਉਹਨਾਂ ਦਾ ਇਹ ਤਰਕ ਆ ਵੀ ਭਾਈ ਜੇ ਅਸੀਂ ਆਪਣੀ ਸ਼ਕਲ ਦਿਖਾਉਂਦੇ ਆ ਤੇ ਸਾਨੂੰ ਡੌਕਸਿੰਗ ਕਰ ਦਿੰਦੇ ਆ, ਵੀ ਸਾਡੇ ਬਾਰੇ ਸਾਰਾ ਕੁਝ ਜਿਹੜਾ ਉਹ ਪਬਲਿਕ ਜਨਤਕ ਜਿਹੜਾ ਉਹ ਕੱਢ ਲਿਆ ਜਾਂਦਾ ਆ, ਵੀ ਉਹ ਗਲਤ ਗੱਲ ਆ। ਪਰ ਇਹ ਆ ਵੀ ਜਿਨ੍ਹਾਂ ਦੇ ਹੱਥ ਦੇ ਵਿੱਚ ਕਾਨੂੰਨ ਆ, ਜਿਨ੍ਹਾਂ ਨੇ ਕਾਨੂੰਨ ਦਾ ਇਨਸਾਫ, ਜਿਨ੍ਹਾਂ ਨੇ ਕਾਨੂੰਨ ਦੇ ਜ਼ਰੀਏ ਕਰਨਾ ਹੈ, ਕਾਨੂੰਨ ਡਿਲੀਵਰ ਕਰਨਾ, ਜੇ ਉਹ ਆਪ ਕਾਨੂੰਨ ਦੀ ਉਲੰਘਣਾ ਕਰਨਗੇ ਤਾਂ ਫਿਰ ਉਹ ਮੁਸ਼ਕਲ ਹੋ ਜਾਂਦੀ ਆ। ਉੱਥੇ ਜਿਹੜੀ ਉਹ ਸਮੱਸਿਆ ਵੱਡੀ ਜਿਹੜੀ ਉਹ ਇਸ ਟਾਈਮ ਬਣੀ ਪਈ ਆ। ਸੋ ਇਹ ਜਿਹੜੇ ਸੈਂਟੀਮੈਂਟਸ ਬਹੁਤ ਭਾਰੂ ਇਸ ਟਾਈਮ ਮੁਲਕ ਦੇ ਵਿੱਚ ਚੱਲ ਰਹੇ ਹੈਗੇ। ਦੇਖੋ ਜਿਹੜੇ ਕ੍ਰਿਮੀਨਲ ਲੋਕ ਨੇ, ਜਰਾਇਮ ਪੇਸ਼ਾ ਲੋਕ ਨੇ, ਸਮਗਲਰ ਨੇ, ਕਿਸੇ ਵੀ ਤਰੀਕੇ ਨਾਲ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ, ਕੋਈ ਵੀ ਉਹਨੂੰ ਅਪੋਜ਼ ਨਹੀਂ ਕਰਦਾ। ਪਰ ਕੁਛ ਲੋਕ ਹੀ ਹੁੰਦੇ ਨੇ ਰਾਜਕਨਵੀਰ ਸਿੰਘ ਜੀ, ਜਿਹੜੇ ਸਮਾਜ ਦੇ ਵਿੱਚ ਅਨਿਆਂ ਤੇ ਜ਼ੁਲਮ ਦੇ ਵਿਰੁੱਧ ਖੜਦੇ ਆ। ਜੇ ਦੇਖੋ ਜਿਹੜਾ ਹੁਣ ਕਿਸੇ ਜਿਹਦਾ ਕੋਈ ਕਸੂਰ ਨਹੀਂ ਗਾ, ਜਿਹੜਾ ਕੋਈ ਕਿਸੇ ਲਾਫੁਲੀ ਰਹਿ ਰਿਹਾ ਅਮਰੀਕਾ ਦੇ ਵਿੱਚ, ਜੇਕਰ ਉਹਨੂੰ ਡਿਟੇਨ ਕਰਕੇ ਉਹਦੇ ਨਾਲ ਧੱਕਾ ਹੁੰਦਾ ਤੇ ਉਹਦੇ ਲਈ ਵੀ ਜਿਹੜੀ ਆਵਾਜ਼ ਆ ਬੁਲੰਦ ਹੋਣੀ ਚਾਹੀਦੀ ਲੋਕਾਂ ਦੀ। ਇਹੀ ਸ਼ਾਇਦ ਆਪਾਂ ਨੂੰ ਆਪਣੀ ਪੰਜਾਬੀ ਤਹਿਜ਼ੀਬ ਤੇ ਇਹੀ ਕਹਿੰਦੇ ਕਿ ਭਾਈ ਤੁਸੀਂ ਮਜ਼ਲੂਮ ਦੇ ਨਾਲ ਖੜਨਾ। ਹਾਂ, ਮਜ਼ਲੂਮ ਕਿਸੇ ਮਾਮਲੇ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਇਹ ਨਾ ਹੋਵੇ ਵੀ ਉਹ ਮਜ਼ਲੂਮ ਬਾਅਦ ਚ ਮਜ਼ਲੂਮ ਬਣ ਗਿਆ ਹੋਵੇ ਤੇ ਪਹਿਲਾਂ ਉਹਨੇ ਕੋਈ ਕਾਰਾ ਕੀਤਾ ਹੋਵੇ। ਹਾਂਜੀ, ਏਦਾਂ ਨਹੀਂ, ਧੱਕਾ ਨਹੀਂ, ਸਹੀ ਜਿਹੜਾ ਨਿਆਂ ਆ ਉਹ ਹਾਂਜੀ ਹੋਣਾ ਚਾਹੀਦਾ। ਬਿਲਕੁਲ। ਸਮਾਂ ਸਮਾਪਤ ਹੈ ਪ੍ਰਵੀਨ, ਤੇ ਆਪਾਂ ਦੋ ਜਿਹੜੀਆਂ ਮੇਨ ਅਹਿਮ ਖਬਰਾਂ ਦੇ ਉੱਤੇ ਜਿਹੜੇ ਉਹ ਵਿਚਾਰ ਕੀਤੇ ਆ, ਤੁਸੀਂ ਕਾਲਸ ਵੀ ਜਿਹੜੀਆਂ ਕੀਤੀਆਂ। ਇਰਾਨ ਇਜ਼ਰਾਈਲ ਦਾ ਜਿਹੜਾ ਮੁੱਦਾ ਜਿਸ ਦੇ ਵਿੱਚ ਅਮਰੀਕਾ ਵੀ ਨਾਲ ਸ਼ਾਮਲ ਸੀਗਾ। ਸੋ ਇੱਕ ਵਾਰੀ ਫੇਰ ਦੱਸ ਦਈਏ, ਜੇ ਕੋਈ ਲੇਟ ਜੁਆਇਨ ਕੀਤਾ ਆ, ਬ੍ਰੇਕਿੰਗ ਨਿਊਜ਼ ਇਹੀ ਆ ਵੀ ਰਾਸ਼ਟਰਪਤੀ ਟਰੰਪ ਹੁਣਾਂ ਨੇ ਦਾਅਵਾ ਕੀਤਾ ਆ ਵੀ ਇਰਾਨ ਤੇ ਇਜ਼ਰਾਈਲ ਦੇ ਦਰਮਿਆਨ ਸੀਜ਼ ਫਾਇਰ ਜਿਹੜੀ ਉਹ ਉਸ ਦੇ ਲਈ ਦੋਨੋਂ ਮੁਲਕ ਜਿਹੜੇ ਉਹ ਮੰਨ ਚੁੱਕੇ ਨੇ। ਆਉਂਦੇ ਕੁਝ ਘੰਟਿਆਂ ਦੇ ਵਿੱਚ ਜਿਹੜੀ ਉਹ ਸੀਜ਼ ਫਾਇਰ ਆ ਸਿਰੇ ਜਿਹੜੀ ਉਹ ਚੜ ਜਾਊਗੀ। ਇਜ਼ਰਾਈਲ ਤੇ ਇਰਾਨ ਦੇ ਦੁਆਰਾ ਇਸ ਬਾਬਤ ਅਜੇ ਤੱਕ ਇਸ ਦੀ ਪੁਸ਼ਟੀ ਜਿਹੜੀ ਉਹ ਨਹੀਂ ਕੀਤੀ ਗਈ, ਤੇ ਟਿੱਪਣੀ ਜਿਹੜੀ ਉਹਨਾਂ ਦੁਆਰਾ ਵੀ ਕੋਈ ਨਹੀਂ ਕੀਤੀ ਗਈ। ਹਾਂ, ਇਰਾਨ ਦੀ ਇਹ ਟਿੱਪਣੀ ਆਈ ਆ ਵੀ ਸਾਨੂੰ ਅਜੇ ਤੱਕ ਕੁਝ ਪਤਾ ਨਹੀਂ ਹੈਗਾ। ਤੇ US ਦੀ ਐਮਬੈਸੀ ਜਿਹੜੀ ਕਤਰ ਦੇ ਵਿੱਚ ਸ਼ੈਲਟਰ ਇਨ ਪਲੇਸ ਆਰਡਰ ਦੇ ਉੱਤੇ ਸੀਗੀ, ਉਸ ਦਾ ਸ਼ੈਲਟਰ ਇਨ ਪਲੇਸ ਆਰਡਰ ਜਿਹੜਾ ਉਹ ਹਟਾ ਲਿਆ ਗਿਆ ਆ। ਸੋ ਉਹ ਵੀ ਮੁਲਕ ਆਪੋ ਆਪਣੇ ਜਿਹੜੇ 에ਅਰ ਸਪੇਸ ਆ ਉਹਨਾਂ ਨੂੰ ਹੁਣ ਖੋਲ ਲੈਣਗੇ, ਤੇ ਇਹ ਜਿਹੜੀਆਂ ਆ ਉਹ ਚੀਜ਼ ਆ ਗਈ ਆ। ਇਰਾਨ ਦਾ ਜਿਹੜਾ ਸੁਪਰੀਮ ਲੀਡਰ ਖਮੇਨੀ ਆ, ਉਹਨੇ ਕਿਹਾ ਵੀ ਇਰਾਨ ਸਰੈਂਡਰ ਨਹੀਂ ਕਰੂਗਾ। US ਦਾ ਜਿਹੜਾ ਸਟੇਟ ਡਿਪਾਰਟਮੈਂਟ ਆ, ਉਹਨਾਂ ਨੇ US ਦੇ ਸਾਰੇ ਹੀ ਨਾਗਰਿਕਾਂ ਨੂੰ ਪੂਰੀ ਦੁਨੀਆ ਦੇ ਵਿੱਚ ਅਲਰਟ ਰਹਿਣ ਦੇ ਲਈ ਕੌਸ਼ਨ ਜਿਹੜਾ ਆ ਉਹ ਜਾਰੀ ਕੀਤਾ ਆ, ਕਹਿੰਦੇ ਵੀ ਇਸ ਕਨਫਲਿਕਟ ਦੇ ਨਾਲ ਤੁਸੀਂ ਚਾਹੇ ਕਿਤੇ ਵੀ ਆ, ਤੁਹਾਡੇ ਉੱਤੇ ਜਿਹੜਾ ਉਹ ਮਾੜਾ ਅਸਰ ਪੈ ਸਕਦਾ ਆ, ਤੁਸੀਂ ਕਿਸੇ ਚੀਜ਼ ਦਾ ਜਿਹੜਾ ਉਹ ਨਿਸ਼ਾਨਾ ਜਿਹੜਾ ਉਹ ਬਣ ਸਕਦੇ ਆ। ਹੁਣ ਪ੍ਰਵੀਨ, ਇੱਥੇ ਦੇ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਗਾਰਡਨਰ ਐਂਟੀ ਟੈਰਰਿਜ਼ਮ ਫੋਰਸ ਦਾ ਹੈੱਡ ਬਣਾਇਆ ਆ, ਹੁਣ ਜੇ ਇਰਾਨ ਦੇ ਦੁਆਰਾ ਇਦਾਂ ਦਾ ਟੈਰਰਿਜ਼ਮ ਕੀਤਾ ਜਾ ਸਕਦਾ ਹੈ ਇੱਥੇ ਅਮਰੀਕਾ 'ਚ, ਉਹ ਇੱਕ ਗਾਰਡਨਰ ਕਿਸ ਤਰੀਕੇ ਦੇ ਨਾਲ ਉਸ ਨੂੰ ਨਜਿੱਠੂਗਾ। 22 ਸਾਲਾਂ ਦਾ ਉਹ ਜਿਹੜਾ ਮੁੰਡਾ ਆ, ਉਹਦੇ ਹੱਥ ਦੇ ਵਿੱਚ ਫੈਡਰਲੀ ਜਿਹੜਾ ਉਹ ਅਖਤਿਆਰ ਦਿੱਤਾ ਗਿਆ ਹੈ ਵੀ ਐਂਟੀ ਟੈਰਰਿਜ਼ਮ ਇੰਟੈਲੀਜੈਂਸ ਦਾ, ਤੇ ਉਸ ਦਾ ਉਹ ਹੈੱਡ ਹੋਣਾ ਆ। ਉਹ ਕਿੱਦਾਂ ਕਰੂਗਾ ਇਹ ਹੁਣ ਅੱਗੇ ਦੇਖਣ ਵਾਲੀ ਸਮਾਂ ਦੱਸੂਗਾ। ਗੈਵਿਨ ਨਿਊਸਮ ਨੇ ਵੀ ਇੱਥੇ ਜਦੋਂ ਹੀ ਹਮਲਾ ਕੀਤਾ ਸੀਗਾ ਅਮਰੀਕਾ ਨੇ ਉਹਨਾਂ ਦੇ ਉੱਤੇ ਬੰਬਾਰੀ ਕੀਤੀ ਸੀ, ਤਾਂ ਉਦੋਂ ਨਾਲ ਹੀ ਕੈਲੀਫੋਰਨੀਆ ਨੂੰ ਵੀ ਕਿਹਾ ਸੀਗਾ ਵੀ ਭਾਈ ਤੁਸੀਂ ਵੀ ਅਲਰਟ ਤੇ ਰਹੋ, ਸਾਡੇ ਕੋਲ ਕੋਈ ਏਦਾਂ ਦੀ ਇਨਫੋਰਮੇਸ਼ਨ ਤਾਂ ਨਹੀਂ, ਬਾਕੀ ਕਿਹਾ ਕੁਛ ਨਹੀਂ ਜਾ ਸਕਦਾ ਵੀ ਅੱਗੇ ਕੀ ਜਿਹੜਾ ਉਹ ਵਾਪਰ ਸਕਦਾ ਆ। ਸੋ ਦੋਨਾਂ ਮੁਲਕਾਂ ਦੇ ਵਿੱਚ ਸੀਜ਼ ਫਾਇਰ ਜਿਹੜੀ ਉਹ ਹੋ ਗਈ ਹੈ, ਟਰੰਪ ਹੋਣਾ ਦਾ ਦਾਅਵਾ ਆ, ਤੇ ਦੋਨਾਂ ਮੁਲਕਾਂ ਵੱਲੋਂ ਜੇ ਪੁਸ਼ਟੀ ਹੋਣੀ ਬਾਕੀ ਆ। ਬਿਲਕੁਲ। ਤੇ ਦੂਜੀ ਜਿਹੜੀ ਖਬਰ ਤੇ ਆਪਾਂ ਚਰਚਾ ਕੀਤੀ ਸੀ, ਉਹ ਸੁਪਰੀਮ ਕੋਰਟ ਨੇ ਜਿਹੜਾ ਥਰਡ ਕੰਟਰੀਜ਼ ਜਿਹੜਾ ਵਾਲਾ ਰੂਲ ਹੈ ਉਹ ਹੁਣ ਜਿਹੜਾ ਹਟਾ ਲਿਆ, ਤੇ ਰਾਹ ਖੁੱਲ ਗਿਆ ਡਿਪੋਰਟੇਸ਼ਨ ਦੇ ਲਈ ਟਰੰਪ ਪ੍ਰਸ਼ਾਸਨ ਦੇ ਲਈ। ਜੀ ਹੁਣ ਇਹਨਾਂ ਦੀ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।